ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते मेहरामतमई रखे हत्थ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीज़ुल नवाज गनीमुल खराज पातशाह गुरु गोबिंद सिंह महाराज जी दे मुबारक चरण कमलों की खाक दे नाम करना नसीब होया। सतगुरु जी की अथा मेहर दा सदका वाहिगुरू सोदर चौंकी दे कीर्तन हर कीरत हमरी रह रास आरती अरदास ते फिर साहिब जी दे हुक्मनामे आप जी ने झोली च पवाए हैं जिन्हें साहिब फरमान करते ने जय जय पेखों तै हजूर वाहिगुरू दूर कत हो ना जाई रब रहा सर्वत्र मैं मन सदा त्याई। कुछ समा और साहिब जी दे मुबारक जीवन अमृत जीवन कथड़ियाँ बाबाणियाँ कहानियाँ दल पंजन गुरु सूरमा वड जोधा बहु परोपकारी मेरियां पेरियां दे दाते गुरु हरगोबिंद साहिब जी दे इतिहास विचार राही गुरु दीदार प्राप्त हो सके इकाग्रता अदब ते आनंद दी दात झोली च पै सके इसलिए जितने माता भराता हाजरीन हाजरी भर रहे हो पेशतर छोटी जही ध्यान साधना है। दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे पावन चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वखड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरू जी की फतेह। कल तक श्रवण करदियां इतना आपने प्रेम सहित श्रवण किया कि गुरु सर दे मुकाम लला बेग 35,000 लश्कर लैके जिन्हां दे कोल मारू जंगी साजो समान है बड़े तगड़े घोड़े हाथी ओठादक ते घोड़सवार प्यादे तलवारबाजी वाले तीर अंदाज ते बंदूकची उन्हां दे नाल हन
ਤੇ ਗਿਣਤੀ ਬਹੁਤ ਵੱਡੀ ਹੈ, 35,000 ਇਹਨਾਂ ਦੀ ਗਿਣਤੀ। ਮਹਾਰਾਜ ਜੀ ਦੀ ਸੈਨਾ ਸਿਰਫ 3,000 ਹੈ। ਤੇ ਇਸ ਤਰ੍ਹਾਂ ਜੇ 3,000 ਨਾਲ ਮਿਲਾ ਕੇ ਦੇਖੀਏ ਤਾਂ ਸਤਿਗੁਰੂ ਜੀ ਦੀ ਸੈਨਾ ਤੋਂ ਇਹਨਾਂ ਕੋਲ 11 ਗੁਣਾ ਸੈਨਾ ਵੱਧ ਹੈ, ਬਲਕਿ 12 ਗੁਣਾ ਇਹਨਾਂ ਕੋਲ ਸੈਨਾ ਜ਼ਿਆਦਾ, ਸੂਰਮੇ ਜ਼ਿਆਦਾ ਨੇ, ਤੀਰ ਅੰਦਾਜ਼ ਬੰਦੂਕਚੀ ਜ਼ਿਆਦਾ ਨੇ। ਘੋੜ ਸਵਾਰ ਤੇ ਪਿਆਦਿਆਂ ਦੀ ਗਿਣਤੀ ਲਗਭਗ 12 ਗੁਣਾ ਮਹਾਰਾਜ ਨਾਲੋਂ ਜ਼ਿਆਦਾ। ਸਤਿਗੁਰੂ ਜੀ ਦੇ ਨਾਲ 2 ਭਰਾ ਸਲੇਮ ਸ਼ਾਹ ਤੇ ਭਾਈ ਜੋਧ ਰਾਏ ਜੀ, ਇਹ ਮਹਾਰਾਜ ਜੀ ਦੇ ਪੱਖ ਵਿੱਚ ਆਪਣੇ 500 ਜਵਾਨ ਲੈ ਕੇ ਆਏ ਹੋਏ ਨੇ। ਇਸ ਤਰ੍ਹਾਂ ਕੁੱਲ ਸੈਨਾ 4,000 ਤੇ ਉਧਰ 35,000, 9 ਗੁਣਾ ਫਿਰ ਵੀ ਵੱਧ ਜੇ ਸਾਰੀ ਵੀ ਮਿਲਾ ਲਈਏ। ਪਰ ਅਸਲ ਗੱਲ ਇਹ ਹੈ, ਉਸ ਪਾਸੇ ਜ਼ਾਲਮ ਲੁਟੇਰੀ ਸਰਕਾਰ ਹੈ ਜੋ ਰਾਹ ਜਾਂਦਿਆਂ ਲੋਕਾਂ ਦੀ ਰਖਵਾਲੀ ਕਰਨ ਲਈ ਸੀ। ਲੋਕਾਂ ਦੀ ਰਾਹਜਨੀ ਨਾ ਹੋਵੇ, ਲੁੱਟ ਪਾਟ ਨਾ ਹੋਵੇ, ਲੋਕਾਂ ਦੇ ਕਾਰੋਬਾਰ ਚੰਗੇ ਚੱਲਣ, ਉਹਨਾਂ ਨੂੰ ਸਿਹਤ ਦੀ ਸਹੂਲਤ ਮਿਲੇ, ਸਿੱਖਿਆ ਮਿਲੇ। ਸਰਕਾਰ ਦਾ ਬੇਸਿਕਲੀ ਇਹ ਕੰਮ ਹੁੰਦਾ ਹੈ, ਪਰ ਸਰਕਾਰ ਹੀ ਲੁਟੇਰੀ ਬਣ ਗਈ, ਡਾਕਾ ਮਾਰਨ ਵਾਲੀ ਰਾਹਜਨ ਬਣ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਈ ਜੋ ਸੰਗਤਾਂ ਘੋੜੇ ਲੈ ਕੇ ਆ ਰਹੀਆਂ ਸਨ, ਉਹ ਰਾਹਜਨੀ ਕਰਦਿਆਂ ਹੋਇਆਂ ਡਕੈਤੀ ਕਰਕੇ ਨਾ ਰਸਤੇ 'ਚ ਹੀ ਖੋਹ ਲਏ। ਤਾਂ ਫਿਰ ਕਹਿਣਾ ਪਏਗਾ ਸਰਕਾਰ ਲੋਕਾਂ ਦੀ ਰਖਵਾਲੀ ਲਈ ਨਹੀਂ ਸੀ, ਬਲਕਿ ਸ਼ਾਹਜਹਾਨ ਦੀ ਸਰਕਾਰ ਲੋਕਾਂ ਨੂੰ ਲੁੱਟਣ ਵਾਸਤੇ ਸੀ। ਡਾਕੇ ਇਹਨਾਂ ਦੇ ਕਰਮਚਾਰੀ ਮਾਰਦੇ ਰਹੇ। ਦਰੋਗਾ ਸੌਂਦੇ ਖਾਨ ਨੇ ਡਾਕੇ ਮਾਰੇ ਔਰ ਇਸ ਢੰਗ ਦੇ ਨਾਲ ਸੰਗਤਾਂ ਕੋਲੋਂ ਘੋੜੇ ਤੇ ਹੋਰ ਸਾਜੋ ਸਮਾਨ ਖੋਹ ਲਿਆ। ਉਸ ਪਾਸੇ ਸਮੇਂ ਦੀ ਜ਼ਾਲਮ ਸਰਕਾਰ, ਤੇ ਇਸ ਪਾਸੇ ਅਕਾਲ ਪੁਰਖ ਨਿਰੰਕਾਰ, ਦੋਵਾਂ ਦਾ ਜੰਗ ਪਿਆ ਹੋਇਆ। ਜਿਵੇਂ ਹਰਨਾਖਸ਼ ਬਹੁਤ ਸੱਤਾ ਵਿੱਚ ਸੀ, ਬੜੀ ਤਾਕਤ ਸੀ ਉਸ ਦੇ ਕੋਲ, ਬੜੀਆਂ ਸੈਨਾਵਾਂ, ਤੇ ਆਪ ਰਾਜਾ ਸੀ, ਰਾਜ ਦਾ ਮਾਲਕ, ਤੇ ਬਹੁਤ ਸਿਆਣਾ ਚਤੁਰ ਰਾਜਨੀਤਕ ਸੀ। ਪਰ ਵਿਚਾਰਾ ਪ੍ਰਹਿਲਾਦ ਤੇ ਹੈ ਹੀ 4-5 ਸਾਲਾਂ ਦਾ, ਬਹੁਤੀ ਉਮਰ ਵੀ ਨਹੀਂ, ਦੁਨੀਆ ਬਾਰੇ ਬਹੁਤੀ ਸਮਝ ਨਹੀਂ, ਰਾਜਨੀਤੀ ਕਿਸ ਮਛਲੀ ਦਾ ਨਾਮ ਹੈ ਉਹਨੂੰ ਨਹੀਂ ਪਤਾ ਸੀ, ਕਿਸ ਚਿੜੀਆ ਨੂੰ ਰਾਜਨੀਤਕ ਕਹਿੰਦੇ ਨੇ, ਰਾਜਨੀਤੀ ਕਹਿੰਦੇ ਨੇ, ਉਸ ਨੂੰ ਕੁਛ ਬੋਧ ਨਹੀਂ ਸੀ। ਤੇ ਸਵਯੰ ਪਿਤਾ ਰਾਜਾ ਹੋਵੇ ਤੇ ਉਹ ਰਾਜਾ ਦੁਸ਼ਮਣ ਬਣ ਜਾਏ, ਤੇ ਜਾਨ ਮਾਰਨ ਤੇ ਆਮਾਦਾ ਹੋਵੇ। ਤੇ ਪ੍ਰਹਿਲਾਦ ਨੂੰ ਬਚਾਇਆ ਨਿਰੰਕਾਰ ਦੇ ਨਾਮ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਠੀਕ ਚੱਲ ਰਿਹਾ ਸੀ, ਫਿਰ ਉਹੀ ਕੰਮ ਕਰਦੇ। ਇੱਕ ਵਾਰੀ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਉਸ ਪਾਸੇ ਪ੍ਰਹਿਲਾਦ ਦੀ ਰਾਖੀ ਨਿਰੰਕਾਰ ਕਰ ਰਿਹਾ ਹੈ, ਇਸ ਪਾਸੇ 30-35 ਹਜ਼ਾਰ ਸੈਨਾ ਲੈ ਕੇ ਲਾਲਾ ਬੇਗ ਹਰਨਾਖਸ਼ ਚੜ੍ਹ ਕੇ ਆਇਆ। ਇਸ ਪਾਸੇ ਪ੍ਰਹਿਲਾਦ ਦੀ ਰਾਖੀ ਕਰਨ ਵਾਲਾ ਨਿਰੰਕਾਰ ਖੜਾ ਹੈ, ਗੁਰੂ ਪਰਮੇਸ਼ਰ ਏਕੋ ਜਾਨ।
अपरंपर पार ब्रह्म परमेश्वर, नानक गुर मिलिया सोई जियो। आद अंत एक अवतारा, सोई गुरु समझियो हमारा। पार ब्रह्म परमेश्वर नाल जंग करना ਇਹ ਦੁਨੀਆ ਦੇ ਕਿਸੇ ਹਰਨਾਖਸ ਦੇ ਵੱਸ ਦੀ ਗੱਲ ਨਹੀਂ। ਹਰੀ ਜਿੱਤਦਾ ਹੈ, ਹਰਨਾਖਸ ਹਾਰ ਜਾਂਦਾ। ਅੱਜ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਲੱਲਾ ਬੇਗ 35,000 ਸੈਨਾ ਲੈ ਕੇ ਚੜ੍ਹ ਕੇ ਆਇਆ ਤੇ ਅੱਗੋਂ 4,000 ਸਿੱਖ ਸੈਨਿਕ ਮੁਕਾਬਲਾ ਕਰ ਰਹੇ ਨੇ ਔਰ ਇਸ ਢੰਗ ਦੇ ਨਾਲ ਭਿਆਨਕ ਜੰਗ ਮਚਿਆ ਹੋਇਆ। ਰਾਤ ਰਾਤ ਦੇ ਜੰਗ ਵਿੱਚ ਇਹਨਾਂ ਦੇ 25,000 ਸੂਰਮੇ ਕਾਲ ਦੇ ਗਾਲ ਵਿੱਚ ਜਾ ਸਮਾਏ, ਮੌਤ ਦੇ ਮੂੰਹ ਪੈ ਗਏ, ਮੌਤ ਦਾ ਹਾਰ ਬਣ ਗਏ। ਕਾਲ ਹੇਰੀ ਫਿਰੇ ਬਦਕ ਜਿਉ, ਉਸ ਕਾਲ ਦਾ ਸ਼ਿਕਾਰ ਬਣ ਗਏ ਤੇ ਸਵੇਰ ਤੱਕ ਕੁੱਲ 10,000 ਸੈਨਾ ਇਹਨਾਂ ਦੀ ਬਚੀ। ਬੜੇ ਹੈਰਾਨ ਸਰ ਬਈ ਆਫਤ ਪੈ ਗਈ, ਆਸਮਾਨ ਤੋਂ ਬਿਪਤਾ ਟੁੱਟ ਪਈ ਤੇ ਬੜੇ ਹੈਰਾਨ ਨੇ ਸਾਰੇ। ਭਾਈ ਸਾਹਿਬ ਜੀ ਕਹਿੰਦੇ ਨੇ, ਕਹਾਂ ਲਗੇ ਵਰਣਨ ਕਰੋ ਮਾਚਿਓ ਜਿਮ ਕਮਸਾਨ, ਹਾਨ ਭਈ ਤੁਰਕਾਨ ਕੀ ਪਾਛੇ ਹਟੇ ਨਿਦਾਨ। ਆਪ ਕਹਿੰਦੇ ਨੇ ਕਿੱਥੋਂ ਤੱਕ ਸਾਡੀ ਕਲਮ ਲਿਖ ਦੇਵੇ, ਬਿਆਨ ਕਰ ਸਕੀਏ ਕਿਤਨਾ ਭਿਆਨਕ ਯੁੱਧ ਹੋਇਆ। ਇਸ ਤਰ੍ਹਾਂ ਦੇ ਨਾਲ ਕਮਸਾਨ ਮਚ ਗਿਆ। ਫਿਰੇ ਸੂਸ ਘੋਰੇ ਜਰੀ ਬਿੰਦੇ ਪਾਂਚ ਸਾਤਾ, ਇਸ ਤਰ੍ਹਾਂ ਦੇ ਨਾਲ ਗੁਰੂ ਫੇਰ ਘੋਰਾ ਤਜੇ ਤੀਰ ਘੋਰਾ, ਬਿੰਦੇ ਪਾਂਚ ਸਾਤਾ ਪਰੇ ਪ੍ਰਾਨ ਘਾਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੀਰ ਚੱਲਦਾ ਹੈ ਤੇ 2 4 5 6 7 7 ਚੋਂ ਲੰਘ ਜਾਂਦਾ, ਕਈ ਵਾਰੀ ਤਾਂ 7 ਚੋਂ ਪਾਰ ਹੋ ਜਾਂਦਾ। ਇਸ ਤਰ੍ਹਾਂ ਕਮਸਾਨ ਦਾ ਯੁੱਧ ਮਚਿਆ ਹੋਇਆ। ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ। ਅਗਲੀ ਵਿਚਾਰ ਸਰਵਣ ਕਰੀਏ। ਪ੍ਰਥਮ ਜਿਤਨੇ ਮਹਾਰਾਜ ਜੀ ਦੇ ਘਰ ਵਿੱਚ ਇੱਥੇ ਤਖਤ ਸਾਹਿਬ ਬੈਠੇ ਹੋ, ਜਾਂ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੇ ਹੋਏ ਆਪਣੇ ਘਰ 'ਚ ਬੈਠੇ ਦੇਸ਼ ਵਿਦੇਸ਼ ਵਿੱਚ ਸੁਣ ਰਹੇ ਹੋ, ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਆਪਣੀ ਰਸਨਾ 'ਤੇ ਪਵਾਉਂਦਿਆਂ ਹੋਇਆਂ ਮਹਾਰਾਜ ਜੀ ਦਾ ਨਾਮ ਮੈਨੂੰ ਸਰਵਣ ਕਰਾਓ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਗੱਜ ਕੇ ਆਖੋ ਜੀ ਮਹਾਰਾਜ। ਐਸਾ ਨਾ ਸੋਚਣਾ ਬਈ ਅਸੀਂ ਤਾਂ ਵਿਦੇਸ਼ 'ਚ ਬੈਠੇ ਹਾਂ, ਟੀਵੀ ਸੈੱਟ ਦੇ ਸਾਹਮਣੇ ਬੈਠੇ ਹਾਂ, ਸਾਡੇ ਆਖਣ ਦੀ ਆਵਾਜ਼ ਇਹਨਾਂ ਨੂੰ ਉੱਥੇ ਕਿੱਥੇ ਸੁਣਾਈ ਪੈਣੀ ਵੀ ਜਿਹੜਾ ਇਹਨਾਂ ਕਿਹਾ ਮੈਨੂੰ ਸੁਣਾਓ। ਸੈਂਕੜੇ ਹਜ਼ਾਰਾਂ ਮੀਲਾਂ 'ਤੇ ਦੂਰ ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਥਾਈਲੈਂਡ, ਦੁਨੀਆ ਦੇ 158 ਮੁਲਕਾਂ ਵਿੱਚ ਟਾਈਮ ਟੀਵੀ ਰਾਹੀਂ ਸੁਣਿਆ ਜਾਂਦਾ। ਫਿਰ ਜਨਹਿਤ ਗੁਰਬਾਣੀ ਚੈਨਲ ਹੈ, ਸੰਗਤ ਟੀਵੀ ਚੈਨਲ ਹੈ, ਹੋਰ ਚੈਨਲ ਨੇ। ਬਹੁਤ ਸਾਰੇ ਲੋਕ ਆਪਣੀ ਆਪਣੀ ਫੇਸਬੁੱਕ ਆਈਡੀ 'ਤੇ ਵੀ ਲਾਈਵ ਕਰਦੇ। ਇਤਨੀ ਦੂਰ ਦਰਾਜ ਸੁਣਿਆ ਜਾਂਦਾ ਹੈ ਤੇ ਜਥੇਦਾਰ ਜੀ ਨੂੰ ਸਾਡੀ ਆਵਾਜ਼ ਪਹੁੰਚ ਜਾਏਗੀ। ਮੈਂ ਅਰਜ਼ ਕਰਾਂ ਤੁਹਾਡੀ ਆਵਾਜ਼ ਮੈਨੂੰ ਨਹੀਂ ਪਹੁੰਚੇਗੀ। ਜਿਹੜੇ ਆਪਣੇ ਘਰ ਤੱਕ ਬੈਠ ਕੇ ਪ੍ਰੇਮ ਨਾਲ ਸਰਵਣ ਕਰ ਰਹੇ ਹੋ ਨਾ, ਕੋਈ ਟ੍ਰੇਨ 'ਚ ਚੱਲ ਰਿਹਾ ਉਹ ਵੀ ਆਪਣਾ ਇਸ ਵੇਲੇ ਜਨਹਿਤ ਗੁਰਬਾਣੀ ਚੈਨਲ YouTube ਲਾ ਲੈਂਦਾ, ਤੁਹਾਡੀ ਆਵਾਜ਼ ਮੈਨੂੰ ਤਾਂ ਨਹੀਂ ਪਹੁੰਚੇਗੀ। ਮੇਰੀ ਇਤਨੀ ਸਮਰੱਥਾ ਨਹੀਂ ਹੈ ਕਿ ਤੁਹਾਡੇ ਬੋਲਾਂ ਨੂੰ, ਤੁਹਾਡੀ ਆਵਾਜ਼ ਨੂੰ ਮੈਂ ਸੁਣ ਸਕਾਂ। ਤੇ ਹੋ ਸਕਦਾ ਤੁਸੀਂ ਇੱਥੇ ਬੈਠ ਕੇ ਵੀ ਆਖੋ ਤੇ ਮੈਂ ਨਾ ਸੁਣ ਸਕਾਂ।
ਤੇ ਫਿਰ ਕਿਉਂ ਆਖਿਆ ਵੀ ਸਾਰੇ ਨਾਮ ਸੁਣਾਓ? ਇਸ ਲਈ ਆਖਿਆ ਹੈ ਕਿ ਜਿਸ ਦਾ ਨਾਮ ਤੁਸੀਂ ਉਚਾਰਨ ਕਰਨਾ ਹੈ ਨਾ, ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਾਰਾ ਹੀ ਸੁਣਦਾ ਹੈ। ਉਹਨਾਂ ਨੂੰ ਸਭ ਜਗ੍ਹਾ ਜਿੱਥੇ ਜਿੱਥੇ ਤੁਸੀਂ ਆਖਿਆ ਸੁਣਾਈ ਪੈ ਜਾ। ਇਸ ਲਈ ਇੱਕ ਦਫਾ ਫਿਰ ਸਾਰੇ ਗੱਜ ਕੇ ਆਖੋ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਪੂਰੇ ਬਲ ਨਾਲ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜੰਗ ਦੇ ਵਿੱਚ ਸਖਣੇ ਘੋੜੇ ਸਵਾਰ ਡਿੱਗ ਪਏ ਨੇ, ਧਰਾਸ਼ਾਹੀ ਹੋ ਗਏ ਨੇ। ਜਰੀ ਜ਼ੀਨ ਬੋਰੇ, ਇੰਝ ਲੱਗਦਾ ਜਿਵੇਂ ਸੋਨੇ ਦੀਆਂ ਕਾਠੀਆਂ ਵਿੱਚ ਡੁੱਬੇ ਪਏ ਹੋਣ, ਔਰ ਉਹਨਾਂ ਦੇ ਘੁੰਗਰੂ ਸੋਨੇ ਦੇ ਛਣਕਦੇ ਪਏ। ਛੋਟੇ ਛੋਟੇ ਮਣਕੇ ਜਿਹੇ ਘੁੰਗਰੂ, ਉਹਨਾਂ ਨੂੰ ਬੋਰ ਕਹਿੰਦੇ ਨੇ, ਉਹ ਸਣਕਦੇ ਪਏ ਹਨ। ਔਰ ਇਸ ਤਰ੍ਹਾਂ ਦੇ ਨਾਲ ਬੜੀਆਂ ਸੋਹਣੀਆਂ ਕਾਠੀਆਂ ਉਹਨਾਂ ਪਾਈਆਂ ਹੋਈਆਂ ਹਨ। ਖਰੇ ਪ੍ਰਾਨ ਤਿਆਗੇ ਲਹੂ ਰੰਗ ਪਾਗੇ। ਇਸ ਤਰ੍ਹਾਂ ਦੇ ਨਾਲ ਮੈਦਾਨੇ ਜੰਗ ਵਿੱਚ ਖਰੇ ਪ੍ਰਾਨ ਤਿਆਗੇ, ਕਰੇ ਪ੍ਰਾਨ ਤਿਆਗੇ ਲਹੂ ਰੰਗ ਪਾਗੇ। ਪ੍ਰਾਣ ਆਪਣੇ ਤਿਆਗ ਗਏ ਹਨ ਦੁਸ਼ਮਣ ਸੈਨਾ ਦੇ ਸਿਪਾਹੀ, ਤੇ ਲਹੂ ਰੰਗ ਵਿੱਚ ਰੰਗੇ ਹੋਏ। ਉਹਨਾਂ ਦੇ ਬਸਤਰ ਖੂਨ ਨਾਲ ਲੱਥ-ਪੱਥ ਨੇ। ਜ਼ਮੀਨ ਤੇ ਖਾਕ ਇਸ ਤਰ੍ਹਾਂ ਪੂਰਾ ਘੁਮਾ ਦਿਓ। ਨਹੀਂ ਪੁੱਟੋ ਨਾ, ਚੱਲਣ ਦਿਓ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਇਸ ਤਰ੍ਹਾਂ ਘੁਮਾ ਦਿਓ। ਇਸ ਤਰ੍ਹਾਂ ਖੂਨ ਨਾਲ ਲੱਥ-ਪੱਥ ਹੋਇਆਂ ਦੀਆਂ ਲੋਥਾਂ ਜਿਹੜੀਆਂ ਨੇ ਉਹ ਦਿਖਾਈ ਪੈ ਰਹੀਆਂ ਹਨ। ਭਏ ਲਾਲ ਬਾਗੇ ਤਉ ਕੋਪ ਜਾਗੇ। ਉਹਨਾਂ ਦੇ ਬੱਗੇ ਕੱਪੜੇ ਲਾਲ ਹੋ ਗਏ ਨੇ ਤੇ ਬੜੇ ਕ੍ਰੋਧੀ ਹੋਏ ਹੋਏ ਹਨ। ਹਾਂਜੀ, ਪੜ੍ਹ ਦਿਓ। ਤਛਾ ਮੁਚ ਹੋਈ ਕਟੀ ਬਾਹੂ ਦੋਈ। ਇਸ ਤਰ੍ਹਾਂ ਤਸਾ ਮੁਸ ਹੋਈ ਹੈ ਜੰਗ ਵਿੱਚ। ਅੰਗ ਘਟਦੇ ਜਾ ਰਹੇ ਨੇ, ਕਿਸੇ ਦੀ ਇੱਕ, ਕਿਸੇ ਦੀਆਂ ਦੋਵੇਂ ਦੋਵੇਂ ਬਾਹਾਂ ਹੀ। ਜਿਉਂ ਅੱਗੋਂ ਸਿੰਘਾਂ ਗੁਰਸਿੱਖਾਂ ਦੀ ਤੇਗ ਰੋਕਣ ਲਈ ਢਾਲ ਅੱਗੇ ਕਰਦੇ ਨੇ, ਦੂਜੀ ਬਾਂਹ ਮਾਰਨ ਲਈ ਉਚਾਉਂਦੇ ਨੇ, ਤੇ ਸਿੰਘਾਂ ਦੀ ਗੁਰਸਿੱਖਾਂ ਦੀ ਤੇਗ ਨਾਲ ਦੋਵੇਂ ਬਾਹਾਂ ਕੱਟ ਜਾਂਦੀਆਂ। ਇਸ ਤਰ੍ਹਾਂ ਇਹਨਾਂ ਦਾ ਹਾਲ ਹੈ। ਕਿਸੂ ਪਾਏ ਕਾਟੇ ਕਟੀ ਸੀਸ ਸਾਟੇ। ਇਸ ਤਰ੍ਹਾਂ ਦੇ ਨਾਲ ਕਿਸੇ ਦੇ ਪੈਰ ਕੱਟੇ ਗਏ ਨੇ, ਕਿਸੇ ਦਾ ਸਿਰ ਕੱਟਿਆ ਹੋਇਆ ਪਿਆ ਹੈ। ਇਸ ਤਰ੍ਹਾਂ ਮੈਦਾਨ ਬੜਾ ਭਿਆਨਕ ਵਿਕਰਾਲ ਬਣਿਆ ਹੋਇਆ ਹੈ। ਗੁਰੂ ਜੁਧ ਕੀਨਾ ਰੜੰਗ ਰੰਗ ਭੀਨਾ। ਮਹਾਰਾਜ ਜੀ ਨੇ ਯੁੱਧ ਕੀਤਾ ਹੈ ਤੇ ਇਸ ਤਰ੍ਹਾਂ ਲਾਲ ਰੰਗ ਵਿੱਚ ਸਾਰਾ ਮੈਦਾਨ ਭਿੱਜਿਆ ਹੋਇਆ ਹੈ। ਉਤੇ ਜੋਧ ਜੋਧਾ ਪਰਿਓ ਆਏ ਕ੍ਰੋਧਾ। ਉਸ ਪਾਸੇ ਭਾਈ ਜੋਧ ਰਾਏ ਜੀ ਪੂਰੇ ਬਲ ਨਾਲ ਵੀਰ ਰਸ ਵਿੱਚ ਆ ਕੇ ਮਹਾਰਾਜ ਜੀ ਤੇ ਹਮਲਾਵਰ ਹੋਈ ਸੈਨਾ ਤੇ ਹੱਲਾ ਕਰ ਰਹੇ ਨੇ। ਪਿਛਲੇ ਪਾਸਿਓਂ ਖਚਾ ਖਚ ਖੰਡੇ ਚਲਾਏ ਪ੍ਰਚੰਡੇ। ਬਹੁਤ ਖਚਾ ਖਚ ਖੰਡੇ ਚੱਲਦੇ ਪਏ ਨੇ, ਭਾਰੇ ਖੰਡੇ ਹਨ। ਕਟੇ ਮੁੰਡ ਤੁੰਡੇ ਪਏ ਖੰਡ ਖੰਡੇ। ਕਿਸੇ ਦੇ ਸਿਰ ਕੱਟੇ ਗਏ, ਮੂੰਹ ਕੱਟਿਆ ਗਿਆ, ਟੁਕੜੇ ਟੁਕੜੇ ਹੋ ਗਏ ਹਨ। ਗਨੰਗ ਅੰਗ ਭੰਗੇ ਸੋਡਾਰੀ ਤੁਫੰਗੇ। ਬਹੁਤ ਸਾਰਿਆਂ ਦੇ ਹੱਥ ਪੈਰ ਕੱਟੇ ਗਏ ਨੇ ਤੇ ਬਹੁਤ ਸਾਰਿਆਂ ਨੇ ਡਰਦਿਆਂ ਨੇ ਬੰਦੂਕਾਂ ਸੁੱਟ ਦਿੱਤੀਆਂ ਹਨ। ਜਮਿਓ ਸਰੋਣ ਮੁਸ਼ਟੰ ਹਤੇ ਬ੍ਰਿੰਦ ਤੁਸ਼ਟੰ। ਉਹਨਾਂ ਸੂਰਮਿਆਂ ਦੀਆਂ ਮੁੱਠਾਂ ਵਿੱਚ ਹੀ ਖੂਨ ਜੰਮਿਆ ਹੋਇਆ। ਠੰਡ ਬੜੀ ਜ਼ਿਆਦਾ। ਜਦ ਇਸ ਤਰ੍ਹਾਂ ਖੂਨ ਵਗ ਰਿਹਾ ਹੈ, ਹੱਥ ਕੱਟੇ ਗਏ ਨੇ ਤੇ ਮੁੱਠਾਂ ਵਿੱਚ ਖੂਨ ਜੰਮਿਆ ਹੋਇਆ ਹੈ। ਦੋ ਪਾਸੇ ਲੜਾਈ ਸੋ ਮਾਰੰ ਮਚਾਈ। ਦੋਹਾਂ ਪਾਸਿਆਂ ਤੋਂ ਲੜਾਈ ਬਹੁਤ ਮਾਰੂ ਚੱਲ ਰਹੀ ਹੈ। ਫਿਰੈ ਸਤਰੂ ਦੋਰੇ ਮਨੋ ਹੋਏ ਬੋਰੇ। ਦੁਸ਼ਮਣ ਪਾਗਲਾਂ ਦੀ ਤਰ੍ਹਾਂ ਮੈਦਾਨ ਵਿੱਚ ਬੋਰੇ ਹੋ ਕੇ ਇੱਧਰ ਉੱਧਰ ਦੌੜਦੇ ਨੇ। ਮੱਤ ਨਹੀਂ ਕੰਮ ਕਰ ਰਹੀ ਮਹਾਰਾਜ ਜੀ ਦੇ ਸਿੱਖਾਂ ਦੀ ਜੰਗ ਦੇ ਸਾਹਮਣੇ। ਮਹਾ ਧੁਮ ਮਾਚੇ ਲਹੂ ਧੂਲ ਰਾਚੇ। ਬਹੁਤ ਭਿਆਨਕ ਜੰਗ ਮਚਿਆ ਹੋਇਆ ਹੈ।
ਤੇ ਖੂਨ ਗਰਦੇ ਵਿੱਚ ਰਲਿਆ ਹੋਇਆ ਹੈ। ਭਇਓ ਲਾਲ ਗਾਰਾ ਬਜੈ ਹੈ ਪਸਮਝਾਰਾ। ਬਸ ਇੰਜ ਲੱਗਦਾ ਹੈ ਵੀ ਜਿਵੇਂ ਕਿਸੇ ਗਰੀਬ ਨੇ ਮਕਾਨ ਬਣਾਉਣ ਲਈ ਗਾਰਾ ਬਣਾਇਆ ਹੋਵੇ ਤੇ ਉਹਦੇ ਵਿੱਚ ਲਾਲ ਰੰਗ ਕਿਸੇ ਪਾ ਦਿੱਤਾ ਹੋਵੇ। ਇਸ ਤਰ੍ਹਾਂ ਲਾਲ ਲਹੂ ਮਿਰਚ ਦਾ ਗਾਰਾ ਮੈਦਾਨੇ ਜੰਗ 'ਚ ਬਣਿਆ ਹੋਇਆ ਹੈ। ਲਲਾ ਬੇਗ ਜੋਰਾ ਕਹਿਓ ਹੈ ਨ ਥੋਰਾ। ਇਸ ਤਰ੍ਹਾਂ ਲੱਲਾ ਬੇਗ ਨੇ ਬਹੁਤ ਜ਼ੋਰ ਲਾਇਆ ਹੋਇਆ ਤੇ ਬਹੁਤ ਜ਼ੋਰ ਲਾ ਰਿਹਾ, ਥੋੜਾ ਜ਼ੋਰ ਨਹੀਂ ਲਾ ਰਿਹਾ। ਤਉ ਰਾਖ ਖੇਤੰ ਗੁਰੂ ਹਵੈ ਸੁਚੇਤੰ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਵਧਾਨ ਹੋ ਕੇ ਉਹਨਾਂ ਦੀ ਸੈਨਾ ਨੂੰ ਅੱਗੇ ਨਹੀਂ ਵਧਣ ਦੇ ਰਹੇ। ਨਹੀਂ ਪਾਏ ਹਾਲਾ ਬੜਾ ਹੇਲ ਘਾਲਾ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ, ਭਾਵੇਂ ਲੱਲਾ ਬੇਗ ਦੀ ਸੈਨਾ ਨੇ ਬੜਾ ਯਤਨ ਕੀਤਾ ਪਰ ਗੁਰੂ ਸਾਹਿਬ ਦੀ ਸੈਨਾ ਦਾ ਪੈਰ ਨਹੀਂ ਹਿੱਲਿਆ, ਪੈਰ ਪਿੱਛੇ ਨਹੀਂ ਹੋਏ ਔਰ ਬੜਾ ਵੱਡਾ ਹੱਲਾ ਹੁਣ ਹੋਇਆ ਹੈ। ਪਰਿਓ ਜੋਧ ਆਏ ਮਹਾ ਘਾਉ ਘਾਈ। ਪਿਛਲੇ ਪਾਸਿਓਂ ਭਾਈ ਜੋਧ ਰਾਏ ਜੀ ਆ ਪਏ ਹਨ ਤੁਰਕ ਸੈਨਾ ਤੇ ਜ਼ਖਮੋਂ ਜ਼ਖਮੀ ਕਰਦੇ ਜਾ ਰਹੇ ਹਨ। ਰਿਪੂ ਹਾਲ ਚਾਲੇ ਮਰੇ ਹਵੈ ਵਿਸਾਲੇ। ਜਿਹੜੇ ਦੁਸ਼ਮਣ ਨੇ ਉਹਨਾਂ ਦੀ ਸੈਨਾ ਹਿੱਲਦੀ ਜਾ ਰਹੀ ਤੇ ਬੇਸ਼ੁਮਾਰ ਵਿਸ਼ਾਲ ਹੀ ਮਰਦੇ ਪਏ ਹਨ, ਮਰ ਗਏ ਹਨ। ਗੁਰੂ ਤੇਰ ਮਾਰੈ ਕਰੈ ਇੱਕ ਵਾਰ। ਸਾਹਿਬ ਕਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੀਰ ਚਲਾਉਂਦੇ ਨੇ, ਕਰੇ ਇੱਕ ਵਾਰ ਨਾਲ ਹੀ। ਹਾਂਜੀ, ਅਨੇਕਾਨ ਘਾਵੈ ਗਿਰੇ ਪ੍ਰਾਨ ਜਾਵੈ। ਭਾਈ ਸਾਹਿਬ ਕਹਿੰਦੇ ਨੇ ਕਿਤੇ ਕਿਤੇ ਤਾਂ ਗਿਣਤੀ ਹੋ ਜਾਂਦੀ ਹੈ ਵੀ ਤੀਰ ਪੰਜਾਂ ਚੋਂ ਲੰਘ ਗਿਆ, ਬਈ 7 ਚੋਂ ਲੰਘ ਗਿਆ, 2 ਚੋਂ ਲੰਘ ਗਿਆ, 4 ਚੋਂ ਲੰਘ ਗਿਆ। ਪਰ ਕਈ ਵਾਰੀ ਮਹਾਰਾਜ ਜੀ ਦਾ ਇੱਕ ਤੀਰ ਚਲਾਉਣ ਨਾਲ ਸਾਹਮਣੇ ਅਣਗਿਣਤੀ ਵੈਰੀ ਢੇਰ ਹੋ ਜਾਂਦੇ ਨੇ, ਗਿਣਤੀ ਨਹੀਂ ਹੁੰਦੀ ਕਿੰਨਿਆਂ ਚੋਂ ਲੰਘ ਗਿਆ। ਇੱਕ ਜੈਕਾਰਾ ਸਾਰੇ ਵੱਡਾ ਸਾਰਾ ਮਿਲ ਕੇ ਗਜਾਓ। ਇਸ ਤਰ੍ਹਾਂ ਮਹਾਰਾਜ ਜੀ ਦੇ ਇੱਕ ਵਾਰ ਨਾਲ ਹੀ ਜਿਉਂ ਅਣਗਿਣਤੀ ਸੂਰਮੇ ਡਿੱਗ ਪੈਂਦੇ ਨੇ ਤੁਰਕ ਸੈਨਾ ਦੇ। ਤੇ ਇੱਧਰੋਂ ਭਾਈ ਜੋਧ ਰਾਏ, ਭਾਈ ਸਲੇਮ ਸ਼ਾਹ ਤੇ ਮਹਾਰਾਜ ਜੀ ਦੇ ਹੋਰ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਸਰੀਖੇ ਇਹ ਉੱਚੀ ਉੱਚੀ ਜੈਕਾਰੇ ਲਾਉਣ ਲੱਗ ਪੈਂਦੇ ਤੇ ਕਈ ਵਾਰੀ ਤੇ ਇਹਨਾਂ ਨੂੰ ਭੁੱਲ ਹੀ ਜਾਂਦਾ ਵੀ ਅਸੀਂ ਜੰਗ ਕਰਨ ਵਾਸਤੇ ਆਏ। ਇਹਨਾਂ ਨੂੰ ਇੰਝ ਲੱਗਦਾ ਹੈ ਜਿਵੇਂ ਮਰਦ ਅਗੰਮੜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੰਗ ਦੇਖਣ ਵਾਸਤੇ ਹੀ ਆਏ। ਇਸ ਤਰ੍ਹਾਂ ਇਹ ਜੈ ਜੈਕਾਰ ਕਰਦੇ ਹਨ। ਇੱਕ ਇੱਕ ਤੀਰ ਨਾਲ 5-5 7-7 ਇਕੱਠੇ ਜਾਂਦੇ ਨੇ ਤੇ ਕਈ ਵਾਰੀ ਇੰਨਿਆਂ ਚੋਂ ਮਹਾਰਾਜ ਦਾ ਤੀਰ ਲੰਘ ਜਾਂਦਾ ਹੈ, ਉਹਨਾਂ ਨੂੰ ਧਰਾਸ਼ਾਹੀ ਕਰਦਾ ਹੋਇਆ ਜਾਂਦਾ ਹੈ ਕਿ ਕੋਈ ਗਿਣਤੀ ਹੀ ਨਹੀਂ ਕਰ ਸਕਦਾ। ਇਮੰ ਮਾਰ ਕੀਨੀ ਪਏ ਸੈ ਨਹੀਂ ਨੀ। ਇਸ ਤਰ੍ਹਾਂ ਮਾਰ ਪਈ ਹੈ ਮਹਾਰਾਜ ਜੀ ਵਾਲੇ ਪਾਸਿਓਂ, ਬਈ ਸੈਨਾ ਜਿਹੜੀ ਹੈ ਨਾ ਲੱਲਾ ਬੇਗ ਦੀ ਕਮਜ਼ੋਰ ਹੋ ਗਈ ਹੈ। ਚਟਾ ਚਟ ਬਾਹੈ ਕਿਟ ਅੰਗ ਲਾਹੈ। ਇਸ ਤਰ੍ਹਾਂ ਝਟਪਟ ਗੁਰੂ ਕੇ ਸੂਰਮੇ ਤੇਗ ਵਾਹ ਰਹੇ ਨੇ ਤੇ ਕਈਆਂ ਦੇ ਅੰਗ ਟੁੱਟ ਕੱਟ ਕੇ ਡਿੱਗ ਪੈਂਦੇ ਹਨ। ਗਿਰੇ ਵੀਰ ਘੋਰਾ ਪਈ ਭੂਮ ਘੋਰਾ। ਇਸ ਤਰ੍ਹਾਂ ਦੇ ਨਾਲ ਜੰਗ ਭੂਮੀ ਵਿੱਚ ਘੋਰ ਯੁੱਧ ਹੋਇਆ ਤੇ ਬਹੁਤ ਸਾਰੇ ਵੀਰ ਸੂਰਮੇ ਲੱਲਾ ਬੇਗ ਦੇ ਧਰਾਸ਼ਾਹੀ ਹੋ ਗਏ, ਲਾਸ਼ਾਂ ਵੀ ਨਹੀਂ ਗਿਣੀਆਂ ਜਾ ਰਹੀਆਂ। ਦੋਹਰਾ ਕਹਾਂ ਲਗੇ ਵਰਣਨ ਕਰੋ ਮਾਚਿਓ ਜਿਮ ਕਮਸਾਨ। ਭਾਈ ਸਾਹਿਬ ਕਹਿੰਦੇ ਨੇ ਕਿਵੇਂ ਮੈਂ ਵਰਣਨ ਕਰਾਂ, ਮੈਨੂੰ ਗਿਣਤੀ ਭੁੱਲ ਜਾਂਦੀ, ਕਲਮ ਦਾ ਬਲ ਕਮਜ਼ੋਰ ਹੋ ਜਾਂਦਾ, ਬੁੱਧੀ ਜਿਹੜੀ ਹੈ ਖੀਣ ਹੋ ਜਾਂਦੀ ਹੈ ਕਿ ਸੰਸਾਰ ਤੇ ਇਹੋ ਜਿਹਾ ਜੰਗ ਤਾਂ ਕਿਤੇ ਦਿਖਿਆ ਹੀ ਨਹੀਂ, ਬਈ ਕਿ ਇੱਕ ਤੀਰ ਨਾਲ ਅਣਗਿਣਤੀ ਸੂਰਮੇ ਰਿੜਦੇ ਜਾ ਰਹੇ ਹੋਣ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਜੰਗ ਮੈਂ ਕਿੱਥੋਂ ਤੱਕ ਬਿਆਨ ਕਰਾਂ। ਖਾਨ ਪਏ ਤੁਰਕਾਨ ਕੀ ਪਾਛੇ ਹਟੇ ਨਿਦਾਨ। ਔਰ ਇਸ ਤਰ੍ਹਾਂ ਦੇ ਨਾਲ ਅੰਤ ਨੂੰ ਇਹ ਸਾਰੇ ਪਿੱਛੇ ਹਟਦੇ ਜਾ ਰਹੇ ਨੇ। ਬੜੀ ਹਾਨੀ
ਇਹਨਾਂ ਦੀ ਸੈਨਾ ਦੀ ਹੋਈ ਹੈ। ਸੰਭਾਰੇ ਸੂਰਾ ਸਰਬ ਇੱਕ ਸਹੰਸਰ ਹੈ ਸੰਗ। ਇਸ ਤਰ੍ਹਾਂ ਹੋਇਆ ਵੀ ਸੰਭਾਰੇ ਸੂਰਾ ਸਰਬ, ਇਹਨਾਂ ਨੇ ਸਾਰੇ ਸੂਰਮੇ ਆਪਣੇ ਬਚਾਏ ਨੇ। ਜਿਹੜੇ 10,000 ਲੈ ਕੇ ਆਏ ਸਨ ਅੱਜ, ਤੇ ਉਹਨਾਂ ਚੋਂ 1,000 ਬਚਿਆ। 35,000 ਚੋਂ 34,000 ਮਿੱਟੀ ਵਿੱਚ ਮਿਲਾ ਦਿੱਤਾ ਗੁਰਸਿੱਖ ਸੈਨਿਕਾਂ ਨੇ। ਤੇ ਗਿਣਤੀ ਕਿੰਨੀ ਹੈ ਸਾਰੀ? 4,000। 3,000 ਮਹਾਰਾਜ ਜੀ ਦੇ ਤੇ 500 ਦੋਵਾਂ ਭਰਾਵਾਂ ਦੇ, ਜੋਧ ਰਾਏ ਜੀ ਤੇ ਸਲੇਮ ਸ਼ਾਹ ਦੇ। ਤੇ ਅੱਗੋਂ 34,000 ਸੂਰਮਾ ਸ਼ਾਹਜਹਾਨ ਦਾ ਲਲਾ ਬੇਗ ਦੀ ਅਗਵਾਈ ਵਿੱਚ ਆਇਆ ਹੋਇਆ ਧਰਾਸ਼ਾਹੀ ਹੋ ਗਿਆ ਹੈ। 9 ਸਹਸਰ ਰਣ ਖੇਤ ਮਹਿ ਕੋ ਤਰਫਤ ਕੋ ਭੰਗ। 9,000 ਅੱਜ ਜਿਹੜੀ ਸੈਨਾ ਚੜ੍ਹ ਕੇ ਆਈ ਹੈ, ਬਸ ਇੰਜ ਸਮਝ ਲਓ ਵੀ ਸੈਨਾ ਦੇ ਸਰਦਾਰ ਸਰਦਾਰ ਹੀ ਬਚੇ ਨੇ, ਬਾਕੀ ਸਭ ਜੰਗ ਵਿੱਚ ਕੰਮ ਆ ਗਏ। ਮਹਾਰਾਜ ਜੀ ਦੀ ਸੈਨਾ ਦੇ ਹੱਥੋਂ ਸਾਰਿਆਂ ਦਾ ਸੰਘਾਰ ਹੋ ਚੁੱਕਿਆ ਹੈ। 9 ਸਹੰਸਰ ਰਣ ਖੇਤ ਮੈਂ ਕੋ ਤਰਪਤ ਕੋ ਭੰਗ। ਕੋਈ ਤੜਪ ਰਿਹਾ ਪਿਆ ਹੋਇਆ ਤੇ ਕਿਸੇ ਦੇ ਪ੍ਰਾਣ ਪੰਖੇਰੂ ਉੱਡ ਗਏ ਹਨ। ਏਕ ਸਹੰਸਰ ਗੁਰ ਸੂਰਮੇ ਮਰੇ ਕਰਤ ਬੜ ਜੰਗ। ਭਾਈ ਸਾਹਿਬ ਜੀ ਨੇ ਗੁਰੂ ਕੀ ਸੈਨਾ ਦਾ ਵੀ ਜ਼ਿਕਰ ਕੀਤਾ ਵੀ 1,000 ਗੁਰਸਿੱਖ ਸੂਰਮੇ ਵੀ ਇਸ ਸੈਨਾ ਵਿੱਚ ਮਹਾਰਾਜ ਜੀ ਤੋਂ ਸਦਕੇ ਜਾਂਦੇ ਹੋਏ, ਗੁਰੂ ਸਾਹਿਬ ਜੀ ਦੀ ਜੈ ਜੈਕਾਰ ਕਰਦੇ ਹੋਏ ਇਸ ਦਿਨ ਦੇ ਜੰਗ ਵਿੱਚ ਉਹਨਾਂ ਦਾ 9,000 ਤੇ ਇੱਧਰੋਂ 1,000 ਸੂਰਮਾ ਕੰਮ ਆ ਗਿਆ ਹੈ। ਜਨਮ ਮਰਨ ਬੰਧਨ ਮਹਾ ਅੰਗ ਸੰਗ ਸੋ ਭੰਗ। ਜਨਮ ਮਰਨ ਦਾ ਜਿਹੜਾ ਵੱਡਾ ਬੰਧਨ ਹੈ ਨਾ, ਉਹਦਾ ਨਾਸ਼ ਕਰਕੇ ਸਤਿਗੁਰੂ ਜੀ ਨੇ ਆਪਣੇ ਅੰਗ ਸੰਗ ਇਹਨਾਂ ਨੂੰ ਮਿਲਾਇਆ ਹੋਇਆ। ਸਰੀਰਾਂ ਦੇ ਨਾਸ਼ ਹੋਣ ਦੇ ਨਾਲ ਇਹਨਾਂ ਦਾ ਜਨਮ ਮਰਨ ਵੀ ਨਾਸ਼ ਹੋ ਗਿਆ। ਭਾਵ ਸਾਰੇ ਮੁਕਤ ਹੋਏ ਨੇ, ਗੁਰੂ ਦੀ ਬਾਰਗਾਹ ਪਹੁੰਚੇ ਹਨ ਜਿਹੜੇ 1,000 ਸਿੱਖ ਸ਼ਹੀਦ ਹੋਏ ਹਨ। ਸਰਬ ਗਰਭ ਤੁਰਕਨ ਹਰਿਓ ਐਸੀ ਮਾਰ ਮਚਾਏ। ਐਸੀ ਇਹਨਾਂ ਗੁਰੂ ਕੇ ਸੂਰਮਿਆਂ ਨੇ ਮੈਦਾਨੇ ਜੰਗ ਵਿੱਚ ਵਾੜ ਕੀਤੀ ਹੈ, ਵਾਢੀ ਪਾਈ ਹੈ ਵੀ ਇਹਨਾਂ ਨੇ ਤੁਰਕਾਂ ਦੀ ਸੈਨਾ ਦਾ ਨਾਸ਼ ਹੀ ਕਰ ਦਿੱਤਾ, ਕੋਈ ਬਚਿਆ ਨਹੀਂ ਹੈ। ਔਰ ਸਾਰਾ ਇਹਨਾਂ ਦਾ ਅਭਿਮਾਨ ਮਿੱਟੀ 'ਚ ਮਿਲ ਗਿਆ ਹੈ। ਸਰਬ ਸਕਤ ਤਰ ਸਤਿਗੁਰੂ ਕਰਹਿ ਜਥਾ ਮਨ ਭਾਏ। ਭਾਈ ਸਾਹਿਬ ਕਹਿੰਦੇ ਨੇ ਸਾਰੀਆਂ ਸ਼ਕਤੀਆਂ ਦੇ ਮਾਲਕ, ਅਨੰਤ ਗੈਬੀ ਤਾਕਤਾਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜੋ ਚਾਹੁਣ ਕਰ ਸਕਦੇ ਨੇ। ਉਹਨਾਂ ਦੇ ਫੁਰਨੇ ਮਾਤਰ ਨਾਲ ਹੀ ਸਭ ਕੁਝ ਹੋ ਜਾਂਦਾ ਹੈ। ਦੋਹਰਾ ਥਕਤ ਪਏ ਗਨ ਸੂਰਮੇ ਖੜਗ ਪ੍ਰਹਾਰਤ ਵਾਰ। ਇਸ ਜੰਗ ਵਿੱਚ ਭਾਵੇਂ ਸੂਰਮੇ ਬੜੇ ਥੱਕ ਗਏ, ਲਲਾ ਬੇਗ ਦੇ ਤੇ ਬਚੇ ਹੀ 1,000 ਨੇ, ਤੇ ਉਹਨਾਂ ਦਾ ਤੇ ਹੁਣ ਵੈਸੇ ਹੀ ਕੰਬਾ ਛੜਿਆ ਹੋਇਆ ਵੀ ਬਚਣਾ ਅਸੀਂ ਵੀ ਨਹੀਂ। ਉਹ ਵੀ ਬੁਰੀ ਤਰ੍ਹਾਂ ਜੰਗ ਕਰ ਕਰਕੇ ਥੱਕ ਗਏ ਨੇ। ਤੇ ਇੱਧਰ ਗੁਰੂ ਕੇ ਸਿੱਖ ਵੀ ਸਾਰੀ ਰਾਤ ਜੰਗ ਲੜਿਆ, ਸਾਰਾ ਦਿਨ ਹੁਣ ਹੋ ਗਿਆ। ਇਹਨਾਂ ਦੇ ਸਰੀਰ ਵੀ ਥਕਾਵਟ ਵਿੱਚ ਨੇ, ਪਰ ਇਹਨਾਂ ਦੇ ਅੰਦਰ ਜੋਸ਼ ਬੜਾ ਜ਼ਿਆਦਾ, ਇਹਨਾਂ ਦੇ ਅੰਦਰ ਮਹਾਰਾਜ ਜੀ ਪ੍ਰਤੀ ਸਮਰਪਣ ਬੜਾ ਜ਼ਿਆਦਾ, ਤੇ ਹਥੇਲੀ ਤੇ ਜਾਨ ਰੱਖ ਕੇ ਆਏ ਹੋਏ ਹਨ। ਗਏ ਤੁਰੰਗਮ ਹੁਸਕਨੇ ਭਇਓ ਖੇਤ ਬਿਕਰਾਰ। ਖੇਤ ਰਣ ਖੇਤ ਵਿੱਚ ਬੜੀ ਵਿਕਰਾਲ ਹਾਲਤ ਬਣੀ ਹੋਈ ਹੈ। ਬਹੁਤ ਸਾਰੇ ਘੋੜੇ ਵੀ ਜਿਹੜੇ ਨੇ ਹੁੱਸ ਗਏ ਨੇ, ਥੱਕ ਗਏ, ਉਹਨਾਂ ਕੋਲੋਂ ਵੀ ਹੁਣ ਅੱਗੇ ਚੱਲਣਾ ਔਖਾ ਹੈ। ਤੋਟਕ ਛੰਦ ਤਰਵਾਰ ਹਜ਼ਾਰੋ ਨੰਗ ਪਰੀ। ਹਜ਼ਾਰਾਂ ਹੀ ਤਲਵਾਰਾਂ ਮਿਆਨ ਤੋਂ ਬਾਹਰ ਹੋਈਆਂ ਹੋਈਆਂ ਮੈਦਾਨ ਵਿੱਚ ਪਈਆਂ ਹੋਈਆਂ, ਕਿਉਂਕਿ ਜਿਹੜੇ ਸੂਰਮੇ ਮਰ ਗਏ ਨੇ, ਜ਼ਖਮੀ ਹੋ ਗਏ ਨੇ, ਉਹ ਤਲਵਾਰ ਨੂੰ ਦੁਬਾਰੇ ਮਿਆਨ 'ਚ ਤਾਂ ਪਾ ਨਹੀਂ ਸਕਦੇ ਸੀ, ਇਸ ਲਈ ਨੰਗੀਆਂ ਹੀ ਤਲਵਾਰਾਂ ਤੇ ਇਸ ਤਰ੍ਹਾਂ ਸੰਘਣੀਆਂ ਪਈਆਂ ਹੋਈਆਂ ਨੇ। ਇਹਨਾਂ ਦੇ ਵਿੱਚ ਇਹ ਵੱਜ ਕੇ ਘੋੜਿਆਂ ਦੇ ਪੈਰ ਵੀ ਜ਼ਖਮੀ ਹੋ ਰਹੇ। ਸੂਰਮਿਆਂ ਕੋਲੋਂ ਵੀ ਪੈਦਲ ਚੱਲਣਾ ਔਖਾ ਹੋ ਗਿਆ। ਤਲਵਾਰਾਂ ਇਤਨੀਆਂ ਜ਼ਿਆਦਾ ਇਹਨਾਂ ਦੀਆਂ ਪਈਆਂ ਹੋਈਆਂ, 34,000 ਹਥਿਆਰ ਤਾਂ ਪਏ ਹੀ ਨੇ ਨਾ।
ਉਹਦੇ 'ਚ ਕੁਝ ਬੰਦੂਕਾਂ ਨੇ, ਕੁਝ ਨੇਜੇ ਨੇ, ਕੁਝ ਤਲਵਾਰਾਂ ਨੇ। ਔਰ ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਬੰਦੂਕਾਂ, ਹਥਿਆਰ, ਤਲਵਾਰਾਂ, ਨੇਜੇ, ਭਾਲੇ, ਸਾਂਗ ਆਦਿਕ ਮੈਦਾਨੇ ਜੰਗ ਵਿੱਚ ਖਿਲਰੇ ਪਏ ਹਨ। ਜਿਨ ਰੰਗ ਸੁਰੰਗਤ ਸ੍ਰੋਣ ਪਰੀ। ਇਸ ਤਰ੍ਹਾਂ ਉਹਨਾਂ ਸਾਰਿਆਂ ਦਾ ਰੰਗ ਇੰਝ ਲੱਗਿਆ ਵੀ ਇੱਕੋ ਰੰਗ 'ਚ ਹੀ ਸਾਰੇ ਰੰਗੇ ਹੋਏ ਨੇ। ਤਲਵਾਰਾਂ, ਨੇਜੇ, ਭਾਲੇ, ਧਨੁਸ਼, ਬਾਣ, ਪੱਥੇ, ਲੱਗਦਾ ਵੀ ਸਾਰੇ ਇੱਕੋ ਹੀ ਪੇਂਟਰ ਨੇ ਲਾਲ ਰੰਗ ਵਿੱਚ ਰੰਗ ਦਿੱਤੇ। ਮਾਨੋ ਇਸ ਤਰ੍ਹਾਂ ਖੂਨ ਨਾਲ ਲੱਥ-ਪੱਥ ਹਥਿਆਰ ਬਹੁਤ ਜ਼ਿਆਦਾ ਪਏ ਹੋਏ ਹਨ। ਉਹ ਟੂਟ ਗਏ ਲਗ ਲੋਹਨ ਪੈ। ਬਹੁਤ ਸਾਰੀਆਂ ਤਲਵਾਰਾਂ ਢਾਲਾਂ ਤੇ ਵੱਜ-ਵੱਜ ਕੇ ਟੁੱਟੀਆਂ ਪਈਆਂ ਹਨ। ਕਬਜੇ ਪਰ ਪਿੰਨ ਅਸੋਹਨ ਪੈ। ਉਹਨਾਂ ਦੇ ਜਿਹੜੇ ਕਬਜ਼ੇ ਨੇ, ਦਸਤੇ ਨੇ, ਉਹਨਾਂ ਤੇ ਕੰਮ ਸੋਨੇ ਦਾ ਹੋਇਆ ਪਰ ਹੁਣ ਸ਼ੋਭਾ ਨਹੀਂ ਪਾ ਰਹੀ, ਕਿਉਂਕਿ ਨਾ ਤੇ ਕਿਸੇ ਦੇ ਮਰਦ ਸੂਰਮੇ ਦੇ ਹੱਥ ਵਿੱਚ ਨੇ ਤੇ ਨਾਲੇ ਤਲਵਾਰਾਂ ਟੁੱਟੀਆਂ ਹੋਈਆਂ ਹਨ। ਤਿਮ ਪੁੰਜ ਤੁਪੰਗਨ ਟੁੱਟ ਗਈ। ਇਸ ਤਰ੍ਹਾਂ ਬਹੁਤ ਸਾਰੀਆਂ ਬੰਦੂਕਾਂ ਵੀ ਟੁੱਟੀਆਂ ਪਈਆਂ ਹਨ। ਗਨ ਕਾਸ਼ਟ ਕੁੰਦ ਨਿਕੰਦ ਪਈ। ਉਹਨਾਂ ਦੇ ਜਿਹੜੇ ਲੱਕੜ ਦੇ ਕੁੰਦੇ ਨੇ, ਜਿਨ੍ਹਾਂ ਨੂੰ ਹੱਥ 'ਚ ਪਕੜੀਦਾ ਹੈ, ਜਿਵੇਂ ਅੱਜ ਕੱਲ੍ਹ ਬੱਟ ਕਹਿ ਦਿੰਦੇ ਨੇ, ਉਹ ਜਿਹੜੀ ਲੱਕੜ ਚੜੀ ਹੁੰਦੀ ਉੱਤੇ, ਉਹ ਵੀ ਟੁੱਟ ਗਏ ਹਨ। ਉਹ ਸਾਬਤ ਕੰਚਨ ਕਾਮ ਕਰੀ। ਔਰ ਇਸ ਤਰ੍ਹਾਂ ਕੁਝ ਸਬੂਤੇ ਵੀ ਨੇ ਜਿਨ੍ਹਾਂ ਤੇ ਸੋਨੇ ਦਾ ਕੰਮ ਹੋਇਆ। ਸੋਨੇ ਦੀ ਮੀਨਾਕਾਰੀ ਬੰਦੂਕਾਂ ਤੇ, ਕਿਰਪਾਨਾਂ ਦੇ ਮੁੱਠਿਆਂ ਤੇ, ਨੇਜਿਆਂ ਦੀਆਂ ਬਰਸ਼ੀਆਂ ਤੇ ਔਰ ਤੀਰਾਂ ਦੀਆਂ ਮੁੱਖੀਆਂ ਤੇ ਸੋਨੇ ਦਾ ਕੰਮ ਹੋਇਆ ਬਈ ਇਹਨਾਂ ਦਾ ਸ਼ੌਕ ਹੁੰਦਾ ਸੂਰਮਿਆਂ ਦਾ ਆਪਣੇ ਸ਼ਸਤਰਾਂ ਨੂੰ ਸ਼ਿੰਗਾਰਨ। ਤੇ ਮੈਂ ਅਰਜ਼ ਕਰਾਂ, ਇਹ ਸ਼ਿੰਗਾਰਨ ਨਾਲ ਨਿਰਾ ਕੋਈ ਸੂਰਮਾ ਨਹੀਂ ਬਣ ਜਾਂਦਾ। ਆ ਤੁਸੀਂ ਦੇਖੋ ਰਿਕਸ਼ਾ ਚਾਲਕ ਨੇ ਕਈ ਆਪਣੇ ਰਿਕਸ਼ਿਆਂ ਨੂੰ ਕਿਵੇਂ ਸ਼ਿੰਗਾਰਦੇ ਨੇ। ਉਹਨਾਂ ਦੀ ਕਿਰਤ ਹੈਗੀ, ਕੰਮਕਾਰ ਹੈਗਾ, ਉਹਨੂੰ ਸ਼ਿੰਗਾਰਦੇ। ਕਈਆਂ ਨੇ ਤਾਂ ਮੇਰੇ ਵਰਗਿਆਂ ਨੇ ਪੁਰਾਣਾ ਸਾਈਕਲ ਲਿਆ ਹੁੰਦਾ ਤੇ ਉਹਨੂੰ ਕਈ ਫੁੰਮਣ ਬੰਨੇ ਹੁੰਦੇ ਬਈ ਉਹ ਫੁੰਮਣ ਬੰਨਣ ਨਾਲ ਉਹ ਕੋਈ ਕਾਰ ਥੋੜ੍ਹੀ ਬਣ ਜਾਣੀ। ਜੇ ਤੁਸੀਂ ਸੋਨੇ ਦੇ ਸ਼ਿੰਗਾਰ ਕੀਤੇ ਹੋਏ ਨੇ ਤਾਂ ਤੁਹਾਡੇ ਹਥਿਆਰ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰਾਂ ਦਾ ਮੁਕਾਬਲਾ ਥੋੜ੍ਹੀ ਕਰ ਲੈਣ। ਉਹਨਾਂ ਦੇ ਸ਼ਸਤਰ ਉਹਨਾਂ ਨੂੰ ਮੁਬਾਰਕ ਹਨ ਤੇ ਇਹਨਾਂ ਦੇ ਰੁਲਦੇ ਪਏ ਹਨ। ਬਿਨ ਸੂਰਨ ਤੇ ਰਣ ਭੂਮ ਪਰੀ। ਇਸ ਤਰ੍ਹਾਂ ਉਹਨਾਂ ਸੂਰਮਿਆਂ ਨਾਲ ਰਣ ਭੂਮੀ ਪੱਟੀ ਪਈ ਹੈ, ਭਰੀ ਪਈ ਹੈ। ਤਰ ਪੈ ਤਰ ਜਿਉ ਕਹਿ ਕੰਧ ਚਿਨੀ। ਮੈਦਾਨ ਵਿੱਚ ਸੂਰਮੇ ਦਿਖਦੇ ਨਹੀਂ ਪਏ, ਜਿਉਂਦੇ ਧਰ ਪੈ ਧਰ ਜਿਉਂ ਕਿ ਕੰਧ ਚਿਨੀ। ਇਸ ਤਰ੍ਹਾਂ ਲਾਸ਼ਾਂ ਤੇ ਲਾਸ਼ਾਂ ਪਈਆਂ ਨੇ, ਜਿਵੇਂ ਦੀਵਾਰ ਲਾਸ਼ਾਂ ਦੀ ਚਿਣੀ ਹੋਈ ਹੋਵੇ, ਇਸ ਤਰ੍ਹਾਂ ਲਾਸ਼ਾਂ ਦੇ ਢੇਰ ਹਨ। ਕਿਹੂ ਬਾਹੂ ਕਟੀ ਕਿਹੂ ਜੰਗ ਹਨੀ। ਕਿਸੇ ਦੀ ਬਾਂਹ ਨਹੀਂ ਹੈ, ਕਿਸੇ ਦੀਆਂ ਲੱਤਾਂ ਨਹੀਂ ਹਨ। ਤੁਰਕਾਣ 34,000 ਮਰੇ। 34,000 ਤੁਰਕਾਂ ਦੀ ਸੈਨਾ ਮਾਰੀ ਗਈ। ਫਿਰ ਮੈਂ ਆਪ ਜੀ ਨੂੰ ਗਿਣਤੀ ਦੁਹਰਾ ਦਿੰਦਾ ਵੀ ਮਹਾਰਾਜ ਜੀ ਦੀ 4,000, ਉਹਨਾਂ 'ਚੋਂ 1,000 ਲਿਖੇ ਲੱਗ ਗਈ, ਸਤਿਗੁਰੂ ਤੋਂ ਸਦਕੇ ਕਰ ਗਏ ਆਪਣੇ ਪ੍ਰਾਣ। ਤੇ ਇੱਧਰ 35,000 ਸੀ ਤੇ 34,000 ਨੇ ਇਸ ਤੋਂ ਨਾਬੂਦ ਹੋ ਗਏ। ਇਸ ਤਰ੍ਹਾਂ ਇਹਨਾਂ ਦੀ ਸੈਨਾ ਦਾ ਘਾਣ ਹੋਇਆ। ਗੁਰ ਸੂਰ ਹਜ਼ਾਰਨ ਪ੍ਰਾਣ ਕਰੇ। ਗੁਰੂ ਪਾਤਸ਼ਾਹ ਜੀ ਦੇ ਹਜ਼ਾਰਾਂ ਸੂਰਮੇ ਭਾਵ 1,000 ਆਪਣੇ ਪ੍ਰਾਣ ਭੇਟਾ ਕਰ ਗਏ ਹਨ। ਇੱਕ ਜਾਮ ਚੜਿਓ 3 ਜੰਗ ਪਏ। ਇੱਕ ਪੈਰ ਚੱਲ ਹੋ ਗਿਆ ਹੈ ਜੰਗ ਕਰਦਿਆਂ ਹੋਇਆ। ਅਸਮਾਰ ਮਚੀ ਪਟ ਪ੍ਰਾਣ ਹੋਏ। ਇਸ ਤਰ੍ਹਾਂ ਦੇ ਨਾਲ ਸੂਰਮਿਆਂ ਦੇ ਪ੍ਰਾਣ ਜਾਂਦੇ ਰਹੇ ਤੇ ਐਸੀ ਮਾਰ ਪਈ ਹੈ ਜੰਗ ਵਿੱਚ। ਜੁਗ ਜਾਮ ਕਛੂ ਘਟ ਰਹਿਣ ਹੁਤੀ। ਇਸ ਤਰ੍ਹਾਂ 2 ਜਾਮ ਘੱਟ ਸਨ ਹਾਲੇ ਰਾਤ ਨੂੰ, 2 ਪਹਿਰ। ਲੜ ਕੈ ਸ਼ਰਮ ਤੇ ਜਨ ਸੈਨ ਸੁਤੀ। ਇਸ ਤਰ੍ਹਾਂ ਲੜਕੇ ਜਿਹੜੇ ਸੂਰਮੇ ਹਨ ਮੈਦਾਨੇ ਜੰਗ 'ਚ ਪਏ ਨੇ, ਉਹਨਾਂ ਦੀਆਂ ਲਾਸ਼ਾਂ ਪਈਆਂ ਨੇ ਵੀ ਜਿਵੇਂ ਲੰਮਾ ਸਮਾਂ ਜੰਗ ਕਰਨ ਤੋਂ ਬਾਅਦ ਸੂਰਮੇ ਆਰਾਮ ਕਰ ਰਹੇ ਹੋਵਣ। ਗਨ ਦੁੰਦਬ ਸੰਗ ਤੁਰੰਗ ਪਰੇ। ਬਹੁਤ ਸਾਰੇ ਘੋੜੇ ਨਗਾਰਿਆਂ ਸਮੇਤ ਹੀ ਡਿੱਗੇ ਪਏ ਹਨ। ਕਹਿ ਡੰਕ ਬਜਾਵਨ ਹਾਰ ਪਰੇ। ਉਹਨਾਂ ਤੇ ਡੰਕੇ ਵਜਾਉਣ ਵਾਲਾ ਕੋਈ ਨਹੀਂ ਰਿਹਾ, ਉਹ ਵੀ ਮਾਰੇ ਗਏ ਹਨ। ਪੁਤਲੀ ਨ ਸੁਖੇਲ ਮਨੋ ਕਰ ਕੈ। ਜਾਂ ਫਿਰ ਇਸ ਤਰ੍ਹਾਂ ਲੱਗਦਾ ਵੀ ਕਿਸੇ ਕਠਪੁਤਲੀ ਖੇਲ ਖਿਲਾਉਣ ਵਾਲੇ ਨੇ ਕੋਈ ਖੇਲ ਰਚਿਆ। ਕਠਪੁਤਲੀਆਂ ਹੁੰਦੀਆਂ ਨੇ ਲੱਕੜ ਦੀਆਂ ਬਣੀਆਂ ਹੋਈਆਂ,
ਉਹਨਾਂ ਨਾਲ ਕੋਈ ਜੰਗ ਦਾ ਕੋਈ ਇਸ ਤਰ੍ਹਾਂ ਪ੍ਰਸੰਗ ਜਿਹੜੇ ਨੇ ਉਹ ਸਟੋਰੀਆਂ ਬਣਾ ਕੇ ਉਹਨਾਂ ਨੂੰ ਨਾਲ ਬੋਲਦੇ ਜਾਂਦੇ ਨੇ ਅਤੇ ਨਾਲ ਧਾਗਾ ਖਿੱਚ ਖਿੱਚ ਕੇ ਉਹਨਾਂ ਨੂੰ ਨਚਾਈ ਜਾਂਦੇ। ਅਤੇ ਜਦੋਂ ਉਹਨਾਂ ਦਾ ਪ੍ਰਸੰਗ ਪੂਰਾ ਹੋ ਜਾਂਦਾ ਉਦੋਂ ਫਿਰ ਉਹ ਢੇਰ ਇਕੱਠਾ ਹੀ ਕਰ ਦਿੰਦੇ। ਇਸ ਤਰ੍ਹਾਂ ਲੱਗਦਾ ਹੈ ਬਈ ਕਿਸੇ ਪੁਤਲੀ ਨਚਾਉਣ ਵਾਲੇ ਨੇ ਇਹਨਾਂ ਦੀਆਂ ਡੋਰੀਆਂ ਖਿੱਚ ਖਿੱਚ ਕੇ ਜੰਗ ਕਰਵਾਇਆ। ਕਾਟ ਕੀ ਪੁੱਤਰੀ ਕਹਾ ਕਰੇ ਬਪੁਰੀ ਖਿਲਾਵਨ ਹਾਰੋ ਜਾਨ, ਤੇ ਮੁੜ ਕੇ ਇਹਨਾਂ ਨੂੰ ਢੇਰ ਹੀ ਲਾ ਦਿੱਤਾ ਹੈ। ਤਰ ਉਪਰ ਫੇਰ ਦਈ ਧਰਕੈ, ਔਰ ਇਸ ਤਰ੍ਹਾਂ ਦੇ ਨਾਲ ਪੁਤਲੀਨ ਸੋ ਖੇਲ ਮਨੋ ਕਰਕੇ ਤਾਰੇ ਉੱਪਰ ਫੇਰ ਦਈ ਧਰ ਕੇ, ਥੱਲੇ ਉੱਪਰ ਲਾਸ਼ਾਂ ਜਿਵੇਂ ਪਈਆਂ ਨੇ, ਲੱਗਦਾ ਜਿਵੇਂ ਪੁਤਲੀਆਂ ਰੱਖ ਦਿੱਤੀਆਂ ਹਨ। ਲੈ ਗੰਧ ਲਹੂ ਮੁਰਛਾਏ ਪਰੇ, ਮੈਦਾਨੇ ਜੰਗ ਵਿੱਚ ਖੂਨ ਦੀ ਇੰਨੀ ਮੁਸ਼ਕ ਆ ਰਹੀ ਹੈ ਕਿ ਕਈ ਤਾਂ ਉਹ ਸਾਹ ਨਹੀਂ ਲੈ ਪਾ ਰਹੇ ਤੇ ਉੱਥੇ ਹੀ ਬੇਹੋਸ਼ ਹੋ ਡਿੱਗਦੇ ਹਨ। ਮੁਖ ਨੈਣ ਪਸਾਰ ਕਿਤੇ ਕੁਮਰੇ, ਪਤਾ ਨਹੀਂ ਕਿੰਨਿਆਂ ਦੇ ਮੂੰਹ ਅੱਡੇ ਗਏ ਨੇ, ਕਈਆਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਹਨ, ਮਰੇ ਪਏ ਹਨ। ਰਜ ਸਰੋਣਤ ਪੰਕ ਤਸੇ ਮਰਹ ਕੈ, ਉਹਨਾਂ ਦਾ ਖੂਨ ਜਿਹੜਾ ਉਹ ਜ਼ਮੀਨ ਦੀ ਮਿਲੀ ਹੋਈ ਗਰਦ ਵਿੱਚ ਧਸ ਧਸ ਕੇ। ਉਹ ਘਾਇਲ ਘੋਰਨ ਤੇ ਦਰ ਕੈ, ਔਰ ਬਹੁਤ ਸਾਰੇ ਘਾਇਲ ਘੋੜੇ ਵੀ ਜਿਹੜੇ ਨੇ ਉਹ ਹੈਗੇ ਨੇ, ਤੇ ਉਹਨਾਂ ਨੇ ਵੀ ਆਪਣੇ ਸੁੰਮਾਂ ਨਾਲ ਕਈ ਤੁਰਕ ਸੈਨਾ ਦੇ ਸਿਪਾਹੀ ਦਲ ਮਲ ਦਿੱਤੇ ਹਨ। ਗੁਰ ਸੈਨ ਖਰੀ ਇੱਕ ਔਰ ਪਈ, ਮਹਾਰਾਜ ਜੀ ਦੀ ਜਿਹੜੀ ਸੈਨਾ ਇੱਕ ਪਾਸੇ ਖੜੀ ਦੇਖ ਰਹੀ ਹੈ। ਗਣ ਦੁੰਦਬ ਚੋਬਨ ਮਾਰ ਦਈ, ਤੇ ਫਿਰ ਬਹੁਤ ਸਾਰੇ ਨਗਾਰੇ ਚੋਬਾਂ ਤੇ ਲਾ ਦਿੱਤੀਆਂ। ਫਿਰ ਬੇਗ ਲਲਾ ਹੋਏ ਦੂਰ ਖਰਾ, ਲੱਲਾ ਬੇਗ ਦੂਰ ਸਿਰ ਤੇ ਹੱਥ ਰੱਖਿਆ ਹੈ ਤੇ ਬੜਾ ਹੈਰਾਨ ਹੈ। ਪੱਗ ਤਾਂ ਸਿਰ ਤੇ ਰਹੀ ਨਹੀਂ, ਨਾ ਸੋਨੇ ਦਾ ਟੋਪ ਰਿਹਾ, ਤੇ ਬੜਾ ਹੈਰਾਨ ਪਰੇਸ਼ਾਨ, ਅੱਖਾਂ ਅੱਡੀਆਂ ਹੋਈਆਂ, ਮੂੰਹ ਅੱਡਿਆ ਹੋਇਆ, ਅਵਾਕ ਹੈ ਵੀ ਇਹ ਕੀ ਬਣ ਗਿਆ ਹੈ। ਮੁਰਝਾਏ ਗਇਓ ਮੁਖ ਜੰਗ ਕਰਾ, ਬਸ ਚਿਹਰਾ ਉਤਰ ਗਿਆ ਵੀ ਹੁਣ ਕੀ ਬਣੇਗਾ। ਜਿਵੇਂ ਕੋਈ ਹਾਰਨ ਲੱਗਦਾ ਹੈ ਨਾ, ਤੁਸੀਂ ਦੇਖ ਲਓ ਇਲੈਕਸ਼ਨ ਹੁੰਦੇ ਨੇ ਤੇ ਜਿਹੜੀ ਪਾਰਟੀ ਹਾਰਨ ਲੱਗ ਪੈਂਦੀ ਹੈ ਉਹ ਫਿਰ ਭੱਜਣ ਲੱਗ ਪੈਂਦੇ ਨੇ ਵੀ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ, ਅਸੀਂ ਉਹ ਕਰਦੇ ਹਾਂ। ਉਹਨਾਂ ਦਾ ਇਹ ਹੱਥ ਪੈਰ ਮਾਰਨਾ ਹੀ ਦੱਸ ਦਿੰਦਾ ਵੀ ਹੁਣ ਹਾਰ ਗਏ, ਹੁਣ ਵੋਟਾਂ ਇਹਨੂੰ ਨਹੀਂ ਪਈਆਂ। ਇਸ ਤਰ੍ਹਾਂ ਇਹਦਾ ਚਿਹਰਾ ਲਟਕਿਆ ਹੋਇਆ, ਮੂੰਹ ਅੱਡਿਆ ਹੋਇਆ, ਡੇਲੇ ਅੱਡੇ ਹੋਏ ਨੇ, ਤੇ ਸੋਚਦਾ ਬਣ ਕੀ ਗਿਆ। 2 ਘੋੜੇ ਲੈਣ ਆਏ ਸਾਂ, 34,000 ਘੋੜੇ ਖਵਾ ਬੈਠੇ, ਤੇ ਘੋੜੇ ਹੀ ਨਹੀਂ ਖਵਾਏ। ਉਹ 2 ਘੋੜੇ ਲਿਜਾਣ ਵਾਲਾ ਘੋੜ ਸਵਾਰ ਤਾਂ ਨਹੀਂ ਲੱਭਿਆ, ਨਾਲ 34,000 ਘੋੜ ਸਵਾਰ ਵੀ ਮਰਵਾ ਲਏ। ਇਸ ਤਰ੍ਹਾਂ ਮੂੰਹ ਅੱਡਿਆ ਗਿਆ ਔਰ ਅੱਖਾਂ ਅੱਡੀਆਂ ਹੋਈਆਂ ਨੇ, ਤੇ ਬੜਾ ਹੈਰਾਨ ਪਰੇਸ਼ਾਨ ਹੋ ਰਿਹਾ, ਮੁਰਝਾਇਆ ਹੋਇਆ ਚਿਹਰਾ ਹੈ। ਸਮੁਦਾਇ ਚਮੂਨ ਹੈ ਪਾਸ ਪਿਖੇ, ਬਹੁਤ ਸਾਰੀ ਸੈਨਾ ਲੈ ਕੇ ਆਇਆ ਸੀ ਪਰ ਲਾਗੇ ਰਿਹਾ ਹੀ ਕੋਈ ਨਹੀਂ, ਕੋਈ ਸੈਨਿਕ ਦਿਖਾਈ ਨਹੀਂ ਪੈ ਰਿਹਾ, ਭਾਵ ਬਹੁਤ ਥੋੜੇ ਜਿਹੇ ਰਹਿ ਗਏ ਹਨ। ਪਛਤਾਏ ਕਰੋ ਮਨ ਚਿੰਤ ਵਿਖੇ, ਬੜਾ ਪਛਤਾ ਰਿਹਾ ਤੇ ਚਿੰਤਾ ਨਾਲ ਭਰਿਆ ਹੋਇਆ ਹੈ। ਇਹ ਕਿਆਮਤ ਆਏ ਨਾ ਜੰਗ ਪਇਓ, ਕਹਿੰਦਾ ਇਹ ਖੁਦਾ ਇਹ ਜੰਗ ਤੇ ਨਹੀਂ ਹੈਗਾ, ਇਹਨੂੰ ਜੰਗ ਤਾਂ ਨਹੀਂ ਆਖਿਆ ਜਾ ਸਕਦਾ। ਇਹ ਖੁਦਾ ਬੰਦਾ, ਇਹ ਤਾਂ ਤੇਰਾ ਕਹਿਰ ਨਾਜ਼ਲ ਹੋਇਆ ਹੈ, ਇਹ ਤਾਂ ਤੂੰ ਵਿਪਤਾ ਸਾਡੇ ਤੇ ਵਰਾ ਦਿੱਤੀ ਹੈ, ਤੇ ਸਾਡਾ ਇਹ ਹਾਲ ਹੋਇਆ। ਜੰਗ 'ਚ ਇੰਨੇ ਥੋੜ੍ਹੀ ਮਰਦੇ ਨੇ, ਇਹ ਤਾਂ ਕੋਈ ਵਿਪਤਾ ਕਿਆਮਤ ਆ ਪਈ ਹੈ। ਨਹਿ ਕਾਜ ਸਰਿਓ ਦਲ ਪ੍ਰਾਨ ਹਿਓ, ਸਾਡਾ ਤੇ ਕੰਮ ਕੋਈ ਸਰਿਆ ਹੀ ਨਹੀਂ, ਭਾਵ ਨਾ ਕੋਈ ਘੋੜਾ ਫੜਿਆ ਗਿਆ, ਘੋੜਾ ਤਾਂ ਕੀ ਫੜਿਆ ਜਾਣਾ, ਉਹਦੀ ਪੂਛ ਵੀ ਹੱਥ 'ਚ ਨਹੀਂ ਆਈ, ਉਹਦੀ ਸ਼ਕਲ ਵੀ ਨਹੀਂ ਦਿਖੀ, ਤੇ ਸਾਡਾ ਸਭ ਕੁਝ ਜਾਂਦਾ ਰਿਹਾ, ਸਾਡਾ ਸਾਰਾ ਦਲ ਮਾਰਿਆ ਗਿਆ। ਗੁਰ ਤੀਰ ਚਮੂ ਤਿਥ ਦੀਹ ਦਿਖੈ, ਪਰ ਲੱਗਦਾ ਗੁਰੂ ਸਾਹਿਬ ਦੇ ਕੋਲ ਅਜੇ ਵੀ ਬੜੀ ਸੈਨਾ ਹੈਗੀ। ਜਿਹੜਾ ਕਹਿੰਦੇ ਨਾ ਵੀ ਦੁੱਧ ਦਾ ਮੂੰਹ ਸੜਿਆ ਹੋਵੇ ਤੇ ਲੱਸੀ ਨੂੰ ਹੀ ਫੂਕਾ ਮਾਰਦਾ, ਇਸ ਤਰ੍ਹਾਂ ਡਰਿਆ ਹੋਇਆ ਜਿਹੜਾ ਨਾ ਉਹ ਫਿਰ ਬਹੁਤ ਡਰ ਜਾਂਦਾ। ਇਹਨੂੰ ਲੱਗਦਾ ਵੀ ਜਿਵੇਂ ਲੱਖਾਂ ਦੀ ਗਿਣਤੀ 'ਚ ਸੈਨਾ ਅੱਗੇ ਹੈ, ਪਤਾ ਨਹੀਂ ਕੋਈ ਜਿਹੜੇ ਸ਼ਹੀਦ ਸਿੱਖ ਹੋਏ ਨੇ ਉਹਨਾਂ ਨੇ ਕੋਈ ਰੂਪ ਇਹਨੂੰ ਦਿਖਾਇਆ। ਬਹੁਤ ਭੈ ਭੀਤ ਹੋਇਆ, ਰੰਗ ਜ਼ਰਦ ਹੋਇਆ, ਪਿੰਡਾ ਸਰਦ ਹੋਇਆ, ਤੇ ਇਹ ਮਰਦ ਮੋਇਆ ਹੀ ਖਲੋਤਾ ਜੰਗ ਵਿੱਚ। ਤੇ ਹੁਣ ਇਹਨੂੰ ਲੱਗਦਾ ਵੀ ਮਹਾਰਾਜ ਦਾ ਖੱਪਰਾ ਆਇਆ ਤੇ ਮੇਰਾ ਗਾਟਾ ਲਾਇਆ ਤੇ ਮੈਨੂੰ ਮਾਰ ਮੁਕਾਇਆ।
ਤੇ ਹੁਣ ਭਾਈ ਲੱਲਾ ਬੇਗ ਤੂੰ ਇੱਥੇ ਕੀ ਕਰਨ ਆਇਆ? ਜੇ ਤੂੰ ਸਤਿਗੁਰੂ ਨਾਲ ਮੱਥਾ ਲਾਇਆ ਤੇ ਆਪਣਾ ਮੱਥਾ ਹੀ ਗਵਾਇਆ। ਇਸ ਤਰ੍ਹਾਂ ਇਹ ਪਰੇਸ਼ਾਨ ਹੈ ਤੇ ਚਿੰਤਾ ਤੋਂ ਰਹਿ ਤੇ ਮੂੰਹ ਅੱਡਿਆ ਹੋਇਆ ਹੈ। ਸਰਦਾਰ ਰਹੇ ਮਮ ਸੈਨ ਵਿਖੇ, ਬਸ ਜਿਹੜੇ ਸਿਪਾਹ ਸਲਾਰ ਸਨ ਉਹੀ ਮੇਰੀ ਸੈਨਾ 'ਚ ਬਚੇ ਹਨ। ਤੁਜਨੀ ਲਘੂ ਲਾਗਤ ਮੋਹਿ ਅਬੈ, ਮੇਰੀ ਤੁਜਨੀ ਸੈਨਾ ਥੋੜੀ ਜਿਹੀ ਹੀ ਰਹਿ ਗਈ ਹੈ। ਕਰ ਜੰਗ ਮਹਾ ਤਜ ਪ੍ਰਾਨ ਸਬੈ, ਵੱਡਾ ਜੰਗ ਮਚਿਆ, ਸਾਰੇ ਪ੍ਰਾਣ ਤਿਆਗ ਗਏ ਹਨ। ਗੁਰ ਕੋ ਨਾ ਗਹਿਓ ਨਾ ਮਾਰ ਲਿਓ, ਸੋਚਿਆ ਇਹ ਸੀ ਵੀ ਮਹਾਰਾਜ ਨੂੰ ਮਾਰ ਕੇ ਲਿਆਵਾਂਗਾ, ਘੋੜੇ ਖੋ ਕੇ ਲਿਆਵਾਂਗਾ, ਤੇ ਅਜੇ ਤੱਕ ਤਾਂ ਮਹਾਰਾਜ ਦਾ ਪੱਲਾ ਹੀ ਨਹੀਂ ਫੜਿਆ ਗਿਆ। ਉਹਨਾਂ ਦੇ ਚੋਲੇ ਦੀ ਇੱਕ ਤਣੀ ਵੀ ਹੱਥ 'ਚ ਨਹੀਂ ਆਈ ਤੇ ਮੈਂ ਤਾਂ ਇੱਕ ਤਰ੍ਹਾਂ ਨਾਲ ਹਾਰ ਹੀ ਗਿਆ ਹਾਂ। ਕਰ ਹੇਲ ਕਨੋ ਨਾ ਭੁਲਾਏ ਦਿਓ, ਹੁਣ ਜਿਹੜਾ ਨਾ ਕਰ ਹੇਲ ਕਨੋ ਨਾ ਭੁਲਾਏ ਦੇ, ਵੱਡਾ ਹੱਲਾ ਕਰਾਂ ਦੌੜਾ ਨਾ ਭਾਵੇਂ, ਨਾ ਖੇਤ ਤਜਿਓ ਅਰ ਵੀਰ ਰਹੇ, ਫੇਰ ਵੀ ਨਾ ਗੁਰੂ ਸਾਡੇ ਕੋਲੋਂ ਦੌੜਿਆ ਹੈ, ਨਾ ਮਰਿਆ ਹੈ, ਨਾ ਫੜਿਆ ਗਿਆ ਹੈ, ਤੇ ਨਾ ਉਹਨੇ ਸਾਡੇ ਨਾਲ ਜੰਗ ਕਰਨਾ ਹੀ ਛੱਡਿਆ। ਅਜੇ ਤੱਕ ਮੈਦਾਨੇ ਜੰਗ ਵਿੱਚ ਡਟੇ ਹੋਏ ਹਨ। ਬਹੁ ਮਾਰ ਪ੍ਰਹਾਰਨ ਸ਼ਸਤਰ ਗਹੇ, ਇਸ ਤਰ੍ਹਾਂ ਬਹੁਤ ਸ਼ਸਤਰਾਂ ਦਾ ਪ੍ਰਹਾਰ ਸਾਡੇ ਤੇ ਕੀਤਾ ਹੈ। ਉਹਨਾਂ ਨੇ ਸ਼ਸਤਰ ਫੜ ਕੇ ਸਾਨੂੰ ਤਹਿਸ ਨਹਿਸ ਕਰ ਦਿੱਤਾ ਹੈ। ਸੁਨ ਕਾਬਲ ਬੇਗ ਵਿਸਾਲ ਬਲੀ, ਕਾਬਲ ਬੇਗ ਬੜਾ ਵਿਸ਼ਾਲ ਬਲੀ ਸੂਰਮਾ ਇਹਦਾ ਆਪਣੇਵਾ, ਨਿਜ ਮਾਤਲ ਸੋ ਕਹਿ ਧੀਰ ਭਲੀ, ਉਹਨੇ ਆਪਣੇ ਮਾਮੇ ਲੱਲਾ ਬੇਗ ਨੂੰ ਕਿਹਾ ਵੀ ਧੀਰਜ ਰੱਖੋ, ਜੋ ਹੋਇਆ ਹੈ ਦੇਖ ਰਹੇ ਹਾਂ। ਅਬ ਹੋਏ ਕਹਾਂ ਪਛਤਾਵਨ ਤੇ, ਜਾਂ ਤੇ ਪਹਿਲਾਂ ਹੀ ਨਾ ਆਉਂਦੇ ਉਦੋਂ ਤਾਂ ਤੁਸੀਂ ਬੜੀ ਛੇਤੀ ਤਲਵਾਰ ਦੇ ਦਸਤੇ ਨੂੰ ਹੱਥ ਪਾ ਲਿਆ ਸੀ। ਮੈਂ ਜਾਵਾਂਗਾ, ਮਾਰ ਕੇ ਆਵਾਂਗਾ, ਘੋੜੇ ਲੈ ਕੇ ਆਵਾਂਗਾ। ਉਸ ਵੇਲੇ ਬੜੀ ਕਾਹਲੀ ਕੀਤੀ ਸੀ ਤੇ ਹੁਣ ਡਰਦੇ ਕਿਸ ਗੱਲ ਤੋਂ? ਹੁਣ ਧੀਰਜ ਰੱਖੋ, ਹੁਣ ਆਪਣਾ ਦਿਮਾਗ ਦਾ ਤਵਾਜ਼ਨ ਨਾ ਵਿਗਾੜ ਲਿਓ ਵੀ ਇੱਥੇ ਪਾਗਲ ਹੋਈ ਪਵੋ। ਕਿਮ ਬਾਤ ਬਨੈ ਹਟ ਜਾਵਨ ਤੇ, ਆਖਣ ਲੱਗੇ ਜਿਹੜਾ ਤੂੰ ਮਾਮਾ ਸੋਚ ਰਿਹਾ ਵੀ ਇੱਥੋਂ ਭੱਜ ਜਾਵਾਂ, ਇਹਨਾਂ ਭੱਜਣ ਵੀ ਨਹੀਂ ਦੇਣਾ। ਜਿਹੜੇ ਸਾਹਮਣੇ ਮੈਦਾਨ ਵਿੱਚ ਸਾਡਾ ਇੱਕ ਤੀਰ ਵੱਜਣ ਵੀ ਨਹੀਂ ਦੇ ਰਹੇ, ਇਹਨਾਂ ਸਾਨੂੰ ਭੱਜਣ ਵੀ ਨਹੀਂ ਦੇਣਾ। ਇਹਨਾਂ ਨੇ ਕੋਈ ਸਾਡਾ ਸ਼ਸਤਰ ਆਪਣੀ ਸੈਨਾ ਨੂੰ ਵੱਜਣ ਵੀ ਨਹੀਂ ਦੇਣਾ, ਤੇ ਜੇ ਅਸੀਂ ਭੱਜਣ ਲੱਗੇ ਤੇ ਇਹਨਾਂ ਭੱਜਣ ਵੀ ਨਹੀਂ ਦੇਣਾ। ਇਸ ਲਈ ਹੁਣ ਲੰਗੜੇ ਟੇਢੇ ਡਿੱਗਦੇ ਢਹਿੰਦੇ ਸਾਹਮਣੇ ਹੋਈਏ। ਕਹਿ ਸਾਹੁ ਸਭਾ ਸਮਸੇਰ ਲਈ, ਤੇ ਤੁਸੀਂ ਬਾਦਸ਼ਾਹ ਦੇ ਦਰਬਾਰ ਵਿੱਚ ਬੜੇ ਮਾਣ ਨਾਲ ਤਲਵਾਰ ਦਾ ਮੁੱਠਾ ਪਕੜਿਆ ਸੀ। ਕਹਿ ਬਾਕ ਆਇਓ ਹੈ ਲਿਆਉ ਜਈ, ਤੇ ਨਾਲੇ ਉੱਚੀ ਸਾਰੀ ਕਿਹਾ ਸੀ ਵੀ ਮੈਂ ਜਾ ਕੇ ਘੋੜੇ ਲੈ ਆਵਾਂ। ਤੇ ਮਾਮਾ ਉਦੋਂ ਤਾਂ ਤੂੰ ਸੋਚਿਆ ਨਹੀਂ ਬਈ ਜਿਹੜਾ ਤੇਰਾ ਪਿਓ ਤੇਰੇ ਸਾਹਮਣੇ ਹੀ ਤੁਹਾਨੂੰ ਸਾਰਿਆਂ ਨੂੰ ਕੈਦ ਕਰਕੇ ਘੋੜੇ ਲੈ ਗਿਆ, ਉੱਥੋਂ ਲਿਆਉਣ ਦੇਵੇਗਾ? ਉਹਦੇ ਕੋਲ ਉੱਥੇ ਸੈਨਾ ਨਹੀਂ ਹੈਗੀ। ਤੁਸੀਂ ਬਹਾਦਰ ਬਾਬਾ ਬਿਧੀ ਚੰਦ ਤੁਹਾਡੇ ਸਾਹਮਣੇ 2 ਘੋੜੇ ਲੈ ਗਿਆ, ਤੁਸੀਂ ਕੱਖ ਨਹੀਂ ਕਰ ਸਕੇ, ਤੇ ਇੱਥੇ ਆ ਕੇ ਘੋੜੇ ਕੋਈ ਸਾਹਮਣੇ ਉਹਨਾਂ ਨੇ ਰੱਖੇ ਹੋਏ ਨੇ, ਲੈ ਜਾਓ। ਖੋਰੇ ਕਿੱਥੇ ਦੇ ਕਿੱਥੇ ਪਹੁੰਚਾਏ ਹੋਏ ਨੇ, ਪਰ ਹੁਣ ਸਾਹਮਣੇ ਜੰਗ ਵਿੱਚ ਹੋਈ ਏ। ਗੁਰ ਕੋ ਗਹਿਬੋ ਨਤ ਮਾਰ ਦਿਜੈ, ਜਾਂ ਗੁਰੂ ਨੂੰ ਪਕੜ ਲਈਏ ਤੇ ਜਾਂ ਮਾਰ ਦੇਵੀਏ। ਇਹੋ ਸਾਹੁ ਕਹੀ ਉਰ ਜਾਨ ਲਿਜੈ, ਇਹ ਸਾਨੂੰ ਬਾਦਸ਼ਾਹ ਨੇ ਵੀ ਕਿਹਾ ਹੈ, ਚੰਗੀ ਤਰ੍ਹਾਂ ਦਿਲ ਵਿੱਚ ਸਮਝ ਲਵੋ। ਮਰਬਾਦ ਗਇਓ ਸਮੁਦਾਇ ਦਲੰ, ਸਾਡਾ ਸਾਰਾ ਦਲ ਬਿਨਾਂ ਕਾਰਨ ਹੀ ਮਾਰਿਆ ਗਿਆ ਹੈ, ਭਾਵ ਕੋਈ ਕਾਰਜ ਸਫਲ ਨਹੀਂ ਹੋਇਆ। ਨਹਿ ਕਾਜ ਸਰਿਓ ਨਹਿ ਕੀਨ ਬਲੰ, ਨਾ ਕੋਈ ਕੰਮ ਸਰਿਆ ਤੇ ਨਾ ਸਾਡਾ ਬਲ ਚੱਲਿਆ ਹੈ। ਅਬ ਏਕਲ ਮੈਂ ਚਲ ਜਾਤ ਭਲੇ, ਹੁਣ ਇਹਨਾਂ ਨੂੰ ਕੌਣ ਦੱਸੇ ਵੀ ਤੁਹਾਡਾ ਬਲ ਕੀ ਚੱਲਣਾ ਹੈ? ਤੁਹਾਡਾ ਬਲ ਕਿਸੇ ਆਮ ਬਾਦਸ਼ਾਹ ਤੇ ਚੱਲ ਸਕਦਾ, ਕਿਸੇ ਚੱਕਰਵਰਤੀ ਰਾਜੇ ਤੇ ਚੱਲ ਸਕਦਾ। ਤੁਹਾਡਾ ਤੀਰ ਤਲਵਾਰ ਨੇਜੇ ਭਾਲੇ ਸਾਂਗਾਂ ਬੰਦੂਕਾਂ ਚੱਲ ਸਕਦੀਆਂ ਨੇ, ਤੁਸੀਂ ਮਰ ਵੀ ਸਕਦੇ ਹੋ ਪਰ ਮਾਰ ਵੀ ਸਕਦੇ ਹੋ। ਪਰ ਜਿਹਦੇ ਸਾਹਮਣੇ ਤੁਸੀਂ ਆਏ ਹੋ ਉਹਦੇ ਸਾਹਮਣੇ ਤਾਂ ਤਿੰਨਾਂ ਲੋਕਾਂ ਦਾ, ਅਨੰਤ ਬ੍ਰਹਿਮੰਡਾਂ ਦਾ, ਅਨੰਤ ਗਿਣਤੀਆਂ ਵਿੱਚ ਸੈਨਾ ਇਕੱਠੀ ਹੋ ਕੇ ਆ ਜਾਏ, ਸੂਰਮਾ ਇਕੱਠਾ ਹੋ ਕੇ ਆ ਜਾਏ, ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਕੀ ਮਾਰਨਾ ਹੈ, ਉਹਨਾਂ ਦੇ ਪੈਰ ਦੇ ਜੋੜੇ ਨੂੰ ਵੀ ਹਿਲਾ ਨਹੀਂ ਸਕਦਾ।
जयकारा बुलाते तो है पर पता नहीं मैनू क्यों छोटा लगता, वड्डा बुलाओ एक। अनंत ब्रह्मंडा दी देव राक्षस सुर नर मुन जन सारिया सेनावां आ जाण ते करोड़ा इंदर उपिंदर फनिंदर मनिंदर आ जावन। गुरु हरगोबिंद साहिब महाराज जी दे जोड़े नूं भी हिला नहीं सकता, चरनां विच पए हुए जोड़े नूं भी हिला नहीं सकता। ऐ गुरु का खालसा कदी किसी सिचुएशन विच घबरा ना जाना। दुनिया दे पीर फकीर तुर गए होवणगे पर तुहाडा गुरु हरगोबिंद साहिब महाराज, तुहाडा गुरु नानक, तुहाडा गुरु गोबिंद सिंह महाराज तुहाडे नाल ही हैगा। आप आखोगे थानू किवें पता लग्या? मैनू वाकई महाराज ने दस दिता बई मैं नाल हैगा। कित्थों पता लग्या? श्री गुरु ग्रंथ साहब महाराज जी दी बाणी विचों। आप कहंदे ने गुरु मेरे संग सदा है नाल, सिमर सिमर तिस सदा समाले। ओ गुरु नाल है, घर बाहर तेरा प्रवासा, तू जन के है संग। गुरु गोबिंद सिंह महाराज फरमान करते ने दुकालंग परनासी दयालंग स्वरूपे सदा अंग संगे। दुकालंग परनासी दयालंग स्वरूपे सदा। एक बारी सारे मिल के गाओ, दुकालंग परनासी दयालंग स्वरूपे सदा अंग संगे। एक इसलिए घबराउण दी लोड़ नहीं है, चिंता करन दी लोड़ नहीं है। गुरु नाल है, गुरु हाज़र नाज़र है। हाज़र का मतलब होंदा है मौजूद, ते नाज़र का मतलब है देखण वाला, देख रहा है, नज़र है उसकी। और इस करके सिख नूं घबराउण दी लोड़ नहीं है। ये बहुत पश्चाताप कर रहे ने, हैरान हो रहे हैं। अब एक कल मैं चल जात पले। आखण लगा लला बेग दा भणेवा बई हुण काबल बेग, बई हुण कल्ले कल्ले जाइए। सारे कट्ठे गए तो कट्ठे ही मर जावांगे। पता नहीं वो वीर बली बहादुर सूरबीर गुरु हरगोबिंद साहिब जी दे कमान विच किहड़ी ताकत है। ऐसा तीर चलाउंदे ने बई पता नहीं लगता किन्नियां नूं विन जांदे ने। ते जे असीं सारे कट्ठे ही चले गए ना ते मामा दो चार तीरां च ही नेस्तो नबूद हो जावांगे। दो चार तीरां च ही साडा काम खत्म हो जाएगा। इसलिए जंग नूं थोड़ा लमकाइए ते कल्ले कल्ले जाइए। ललकार करो गुर को इकल्ले। नाले इकल्ले गुरु साहब नूं ललकारिए, आखे भी कल्ला कल्ला सामने आ जा। बिजत्यो जग बीच बहादुर है। कहते ने भी जदों गिद्दड़ दी मौत आउंदी है ना फिर किधर नूं दौड़दा? शहर वाल नूं। मैनूं नहीं सी पता, मैं कहा शायद पिंड वाल नूं दौड़दा। गुरु खालसा साध संगत ने बोल के दस दिता भी गिद्दड़ की मौत आती है तो फिर शहर वालों दौड़दा। इन्हां दी लगदा मौत हुण सामने आ गई है। ते अनंत ब्रह्मंडां दे मालक गुरु हरगोबिंद साहब जी नूं ललकारदे पए ते जाना कित्थे है। सुन बाक करे ना निरादर है। आखण लगा काबल बेग बई मामा मैनू पता है जे मैं गुरु हरगोबिंद साहब नूं ललकारिया तो सामने आ जाना। ते सामने आ गए तो मेरे जिन्नी ताकत कित्थे। मैं तो इंज चांदी का सिक्का फड़ के पौड़ना, धूड़ बना देना। बस एक बारी उन्हां दा हथ मेरे हथ च आ जाए फिर देखना की बनता। इस तरह हारी हुई जंग आपां मामा जित लवांगे। वो मामा कहता भणेविया मैनू तो लगता है भी तेरा हाथ होना तो हाथ तो पहुँचण तो पहला ही ने हत्था तू हो जाना, तेरे हाथ नाल ही नहीं रहने। इस करके
ਜੇ ਇਕੱਠੇ ਜਾਈਏ ਸ਼ਾਇਦ ਕੋਈ ਬਚਾਅ ਹੋ ਜਾਏ, ਪਰ ਅੱਗੋਂ ਜਿਵੇਂ ਤੇਰੀ ਮਰਜ਼ੀ ਹੈ। ਹੋਏ ਏਕ ਖਰੂ ਮਮ ਸਾਤ ਲਰੈ। ਆਖਣ ਲੱਗਾ ਮੈਨੂੰ ਲੱਗਦਾ ਮੈਂ ਲਲਕਾਰਾਂਗਾ ਤੇ ਉਹ ਸਾਹਮਣੇ ਆ ਜਾਣ ਤੇ ਇਕੱਲੇ ਮੇਰੇ ਨਾਲ ਲੜਨ ਲਈ ਤਿਆਰ ਹੋ ਜਾਣਗੇ। ਗੁਰ ਕੋ ਜਸ ਚੰਦ ਜਹਾਨ ਚਰੈ। ਬਾਕੀ ਗੁਰੂ ਸਾਹਿਬ ਦਾ ਜਸ ਤਾਂ ਆਸਮਾਨੀ ਚੜਿਆ ਹੋਇਆ, ਚੰਦਰਮੇ ਵਾਂਗੂ ਹੈ, ਸਾਰੇ ਜਾਣਦੇ ਨੇ, ਮੈਂ ਇੰਝ ਆਖਾਂਗਾ। ਅਸ ਜੰਗ ਕਰੋ ਗੁਰ ਸੰਗ ਕਨੋ। ਫਿਰ ਮੈਂ ਜਲਦੀ ਹਾਰਨ ਵਾਲਾ ਨਹੀਂ ਮਾਮਾ, ਮੈਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਲਕਾਰਦਾ ਹਾਂ। ਕਹਿ ਲੈ ਹੂੰ ਕਿਦੋਂ ਸਮਸੇਰ ਹਨੋ। ਬਸ ਇੱਕ ਵਾਰੀ ਮੈਂ ਫੜ ਲਵਾਂ ਸਹੀ, ਫੇਰ ਮੈਂ ਝਟਪਟ ਤਲਵਾਰ ਮਾਰ ਦੇਣੀ ਹੈ। ਬਲ ਮੋਹਿ ਬੜੋ ਤੁਮ ਜਾਣਤ ਹੋ। ਇਹ ਮੈਨੂੰ ਲੱਗਦਾ ਵੀ ਸ਼ੇਖ ਚਿੱਲੀ ਦਾ ਚੇਲਾ ਰਿਹਾ ਕਿਤੇ, ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਬਈ ਸਾਹਮਣੇ ਬੁਲੰਦ ਆਸਮਾਨਾਂ ਤੱਕ, 7ਵੇਂ ਆਸਮਾਨ ਤੱਕ ਬੁਲੰਦ ਪਰਬਤ ਹੋਵੇ ਤੇ ਕੀੜੀ ਆਖੇ ਮੈਂ ਚੁੱਕ ਕੇ ਸੁੱਟ ਦੇਣਾ। ਚਲੋ ਦੇਖ ਲੈਂਦੇ ਆ ਕੀ ਬਣਦਾ ਹੈ। ਸਿਰ ਹੇਰੋ ਮੈਂ ਰਣ ਠਾਨਤ ਹੋ। ਆਖਣ ਲੱਗਾ ਮੋਹੇ ਵੱਡੋ ਬਲ ਮੋਹੇ ਵੱਡੋ ਤੁਮ ਜਾਣਤ ਹੋ। ਮਾਮਾ ਤੂੰ ਜਾਣਦਾ ਮੇਰੇ 'ਚ ਤਾਕਤ ਬੜੀ। ਫਿਰ ਹੇਰੋ ਮੈਂ ਰਣ ਠਾਨਤ ਹੋ। ਬਸ ਤੁਸੀਂ ਖਲੋ ਕੇ ਦੇਖੀ ਜਾਓ, ਮੈਂ ਜੰਗ ਕਰਦਾ ਹਾਂ, ਜਾ ਕੇ ਮੈਂ ਦੇਖਦਾ ਹਾਂ। ਕਹਿ ਮਾਤਲ ਕੋ ਇਮ ਵੀਰ ਪਲੀ। ਬੜਾ ਵੀਰ ਸੂਰਮਾ ਸੀ, ਇਸ ਵਿੱਚ ਕੋਈ ਸ਼ੱਕ ਨਹੀਂ। ਇਸ ਤਰ੍ਹਾਂ ਆਪਣੇ ਮਾਮੇ ਨੂੰ ਕਿਹਾ ਇਹਨੇ। ਚਹ ਜਾਨ ਤਰੈ ਰਣ ਚੌਂਪ ਪਲੀ। ਬਹੁਤ ਮਨ ਵਿੱਚ ਚਾਹ ਹੈ ਦੇਵੇ ਮੈਂ ਜੰਗ ਵਿੱਚ ਜਾਵਾਂ। ਤਬ ਕੰਬਰ ਬੇਗ ਪੁਕਾਰ ਕਹਿਓ। ਉੱਥੇ ਲਾਗੇ ਕਮਰ ਬੇਗ ਵੀ ਖੜਾ ਸੀ, ਉਹਨੇ ਉੱਚੀ ਸਾਰੀ ਕਿਹਾ ਗੁਰ ਓਜ ਮਹਾ ਚਿਤ ਤੈ ਨਾ ਲਹਿਓ। ਆਖਣ ਲੱਗਾ ਗੱਲ ਇਹ ਹੈ ਕਾਬਲ ਬੇਗ, ਤੂੰ ਤਾਂ ਬੜਾ ਬਲੀ, ਤੈਨੂੰ ਤਾਕਤ ਤੇ ਡੋਲਿਆਂ ਤੇ ਆਪਣੇ ਬਲ ਤੇ ਬੜਾ ਮਾਣ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਬਲ ਦਾ ਤੈਨੂੰ ਅੰਦਾਜ਼ਾ ਨਹੀਂ। ਉਹਨਾਂ ਵਰਗਾ ਬਲੀ ਅੱਜ ਤੱਕ ਮੇਰੀਆਂ ਅੱਖਾਂ ਨੇ ਨਹੀਂ ਦੇਖਿਆ। ਮੈਂ ਤਾਂ ਸੂਰਮੇ ਦਾ ਆਪ ਜੰਗ ਦੇਖਣਾ ਚਾਹੁੰਦਾ ਬਈ ਉਹ ਮਹਾ ਸੂਰਮਾ ਜੰਗ ਕਰਦਾ ਕਿਵੇਂ ਹੈ, ਧਨੁਸ਼ ਪਕੜਦਾ ਕਿਵੇਂ ਹੈ, ਤੀਰ ਤੰਦੀ ਤੇ ਰੱਖਦਾ ਕਿਵੇਂ ਹੈ, ਤੇ ਫਿਰ ਕੰਨ ਤੱਕ ਖਿੱਚਦਾ ਕਿਵੇਂ ਹੈ, ਤੇ ਫਿਰ ਛੱਡਦਾ ਕਿਵੇਂ ਹੈ, ਤੇ ਫਿਰ ਉਹਦੇ ਤੀਰ ਨਾਲ ਅਣਗਿਣਤ ਸੂਰਮੇ ਵਿੰਨੇ ਕਿਵੇਂ ਜਾਂਦੇ ਨੇ। ਮੈਂ ਤਾਂ ਇਹ ਦੇਖਣਾ ਚਾਹੁੰਦਾ ਹਾਂ। ਨਰ ਬ੍ਰਿੰਦਨ ਤੇ ਸੁਨ ਜਾਣਤ ਹੋ। ਮੈਂ ਬੜਿਆਂ ਲੋਕਾਂ ਤੋਂ ਸੁਣਿਆ ਹੈ ਉਹਨਾਂ ਬਾਰੇ। ਇਸ ਕਾਰਨ ਤੋਹਿ ਬਖਾਨਤ ਹੋ। ਇਸ ਕਰਕੇ ਮੈਂ ਤੈਨੂੰ ਕਹਿੰਦਾ ਵੀ ਸਾਹਮਣੇ ਪੰਗਾ ਲੈਣ ਵਾਲਾ ਕੰਮ ਨਾ ਕਰ। ਉਹ ਬੜੀ ਵੱਡੀ ਸ਼ਕਤੀ ਹੈ, ਬਹੁਤ ਵੱਡੀ ਸਮਰੱਥ ਹੈ। ਗਰਭੋ ਨਾਰੀ ਦੈ ਸਾਵਧਾਨ ਬਨੋ। ਐਵੇਂ ਨਾ ਮਾਣ ਕਰ, ਸਾਵਧਾਨ ਹੋ ਜਾ, ਉਹਨਾਂ ਨਾਲ ਤੇਰਾ ਬਲ ਨਹੀਂ ਚੱਲਣਾ। ਕਰ ਘਾਤ ਅਨੇਕਨ ਦਾਬ ਕਨੋ। ਦਾ ਲਾ ਕੇ ਘਾਤ ਲਾ ਕੇ ਉਹਨਾਂ ਨੂੰ ਮਾਰੋ ਜੇ ਮਾਰਨਾ ਹੈ। ਇਹ ਸਿੱਧਾ ਸਿੱਧਾ ਜੰਗ ਵਿੱਚ ਗਿਆ ਆਪਣਾ ਹੀ ਨੁਕਸਾਨ ਹੋਵੇਗਾ। ਬਚ ਆਪ ਪ੍ਰਹਾਰ ਕਰੋ ਗੁਰ ਕੋ। ਆਪਣਾ ਆਪ ਬਚਾਓ ਤੇ ਗੁਰੂ ਨੂੰ ਮਾਰੋ। ਬਿਨ ਆਲਸ ਤਰਾਸ ਕਰੋ ਉਰ ਕੋ। ਦੇਰ ਨਾ ਕਰੋ, ਹੁਣ ਜਲਦੀ ਚਲੋ। ਤੁਮ ਡੀਲ ਦਰਾਜ ਬਲੀ ਜਿਮ ਹੈ। ਜਿਵੇਂ ਤੇਰਾ ਸਰੀਰ ਉੱਚਾ ਲੰਬਾ ਭਾਰਾ ਦੋਹਰਾ ਜਵਾਨ ਹੈ। ਹਰ ਗੋਬਿੰਦ ਪੀਰ ਸੁਣਿਓ ਤਿਮ ਹੈ। ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਪੀਰ ਮੰਨਦੇ ਨੇ, ਬਜ਼ੁਰਗ ਮੰਨਦੇ ਨੇ, ਗੁਰੂ ਮੰਨਦੇ ਨੇ, ਉਹਨਾਂ ਕੋਲੋਂ ਮੈਂ ਸੁਣਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਕੱਦ ਵੀ ਬਹੁਤ ਉੱਚਾ ਵੱਡਾ ਹੈ। ਬਲੀ ਸੂਰਮੇ ਹਨ, ਜ਼ਿਆਦਾ ਸਮਾਂ ਇੱਕ ਘੋੜਾ ਨਹੀਂ ਕੱਢਦਾ, ਫਿਰ ਘੋੜਾ ਬਦਲਣਾ ਪੈਂਦਾ। ਇੱਕ ਘੜੀ ਬਾਅਦ ਦੂਜਾ ਘੋੜਾ ਬਦਲਣਾ ਪੈਂਦਾ ਹੈ। ਇੰਨਾ ਭਾਰਾ ਦੋਹਰਾ ਲੰਮਾ ਚੌੜਾ ਜਵਾਨ ਉਹਨਾਂ ਦਾ ਤਨ ਹੈ। ਉਹਨਾਂ ਨਾਲ ਜੰਗ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ। ਇਸ ਲਈ ਲੁਕ ਛਿਪ ਕੇ ਤੀਰ ਚਲਾਓ ਤੇ ਉਹਨਾਂ ਨੂੰ ਮਾਰੋ। ਅਬ ਜਾਓ ਖੁਦਾਏ ਸੋ ਖੈਰ ਕਰੇ। ਫੇਰ ਲਲਾ ਬੇਗ ਕਹਿਣ ਲੱਗਾ ਕੋਈ ਗੱਲ ਨਹੀਂ, ਜੇ ਤੂੰ ਚਾਹੁੰਦਾ ਹੈ, ਮੈਨੂੰ ਤੇਰੇ ਬਲ ਤੇ ਵੀ ਭਰੋਸਾ ਹੈ, ਜਾ ਖੁਦਾ ਖੈਰ ਕਰੇ ਤੇ ਤੂੰ ਜੰਗ ਵਿੱਚ ਕਾਮਯਾਬ ਹੋ ਤੇ ਗੁਰੂ ਸਾਹਿਬ ਨੂੰ ਮਾਰ ਕੇ ਲੈ ਆਵੇਂ। ਪਰ ਖੁਦਾ ਖੈਰ ਕੀ ਕਰੇ? ਖੁਦਾ ਤੇ ਤਾਂ ਹੀ ਖੈਰ ਕਰੇ ਨਾ ਜੇ ਕਿਸੇ ਮਜ਼ਲੂਮ ਲਈ ਖੁਦਾ ਦਾ ਆਸਰਾ ਲੈ ਕੇ ਕੋਈ ਲੜਨ ਜਾ ਰਿਹਾ ਹੋਵੇ, ਕੋਈ ਨਿਰਬਲ ਦਾ ਬਲ ਬਣਨ ਵਾਸਤੇ
ਖੁਦਾ ਦਾ ਆਸਰਾ ਲੈ ਕੇ ਜਾ ਰਿਹਾ ਹੋਵੇ ਉਸ ਤੇ ਖੁਦਾ ਖੈਰ ਕਰੇ, ਤੇ ਜਿਹੜਾ ਜੰਗ ਹੀ ਖੁਦਾ ਨਾਲ ਕਰਨ ਜਾ ਰਿਹਾ ਹੋਵੇ ਉੱਥੇ ਖੁਦਾ ਕੀ ਕਰੇ? ਇਸ ਨੂੰ ਇਸ ਗੱਲ ਦਾ ਬੋਧ ਨਹੀਂ ਹੈ। ਜੋ ਕਾਰਜ ਤੋਂ ਬਿਨ ਨਾਹਿ ਸਰੇ, ਆਖਣ ਲੱਗਾ ਬਈ ਤੇਰੇ ਬਿਨਾ ਇਹ ਕੰਮ ਸਰਨਾ ਨਹੀਂ, ਤੂੰ ਹੀ ਜਾ। ਕਿਤ ਹੂੰ ਕਿਤ ਛੂਟ ਤੁਫੰਗ ਰਹੀ, ਕਿਤੇ ਕਿਤੇ ਕੋਈ ਕੋਈ ਬੰਦੂਕ ਵੀ ਚੱਲ ਰਹੀ ਹੈ। ਸਭ ਕਾਬਲ ਬੇਗ ਹੈ ਘਾਤ ਲਹੀ। ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਲਿਖਿਆ ਭਾਈ ਜੀ ਨੇ, ਦਾ ਤੱਕ ਲਿਆ ਕਾਬਲ ਬੇਗ ਨੇ। ਹਾਂਜੀ, ਬਲਵਾਨ ਤੁਰੰਗਮ ਛੇਰਨ ਕੈ, ਬਹੁਤ ਤਗੜਾ ਘੋੜਾ ਇਹਦੇ ਕੋਲ ਸੀ, ਜੋ ਇਸਨੇ ਘੋੜਾ ਛੇੜਿਆ, ਚਲਾ ਲਿਆ। ਗਮਨਿਓ ਗੁਰ ਸੰਮੁਖ ਪ੍ਰੇਰਨ ਕੈ, ਮਹਾਰਾਜ ਸੱਚੇ ਪਾਤਸ਼ਾਹ ਨੂੰ ਜੰਗ ਲਈ ਲਲਕਾਰਨ ਵਾਸਤੇ ਇਹ ਆਪਣਾ ਘੋੜਾ ਪ੍ਰੇਰ ਕੇ ਹਿੱਕ ਕੇ ਮਹਾਰਾਜ ਵੱਲ ਨੂੰ ਲੈ ਕੇ ਆ ਗਿਆ। ਅੱਗੇ ਮੇਰੀਆਂ ਪੀਰੀਆਂ ਦੇ ਮਾਲਕ, ਪੱਗ ਤੇਰੀ ਕੀ ਏ ਜਹਾਂਗੀਰ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਪੁਰਖ ਦਾ ਤਖਤ ਸੰਸਾਰ ਤੇ ਪ੍ਰਗਟ ਕਰਨ ਵਾਲੇ, ਉਹ ਵੀ ਦੇਖਦੇ ਪਏ ਨੇ ਵੀ ਇਹ ਕੌਣ ਆ ਰਿਹਾ। ਫਿਰ ਮਹਾਰਾਜ ਜੀ ਦਾ ਜਿਵੇਂ ਜੰਗ ਹੋਇਆ ਹੈ, ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨਾਲ ਜੰਗ ਕੀਤਾ ਹੈ, ਤੇ ਇਸ ਜੰਗ ਵਿੱਚ ਬਣਿਆ ਕੀ, ਇਹ ਸਾਰੀ ਵਿਚਾਰ ਹੁਣ ਕੱਲ ਆਪ ਸਰਵਣ ਕਰੋਗੇ। ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਦੇ ਪ੍ਰਸੰਗਾਂ ਦਾ ਸਤਿਕਾਰ ਕਰਦਿਆਂ ਹੋਇਆਂ ਜੈਕਾਰੇ ਗਜਾ ਗਜਾ ਕੇ ਮਹਾਰਾਜ ਜੀ ਦੇ ਹਿਰਦੇ ਨੂੰ ਪ੍ਰਸੰਨ ਕੀਤਾ। ਜਦੋਂ ਅਸੀਂ ਗੁਰੂ ਦੀ ਜੈ ਜੈਕਾਰ ਕਰਦੇ ਹਾਂ ਨਾ, ਤੇ ਫਿਰ ਗੁਰੂ ਪ੍ਰਸੰਨ ਹੋ ਜਾਂਦਾ ਹੈ। ਤੇ ਗੁਰੂ ਦੇ ਪ੍ਰਸੰਨ ਹੋਣ ਨਾਲ ਇਹ ਹੁੰਦਾ ਹੈ ਬਈ ਜਿਹੜਾ ਵੀ ਸਿੱਖ ਆਪਣੇ ਗੁਰੂ ਦੀ ਜੈ ਜੈਕਾਰ ਕਰਦਾ ਹੈ, ਗੁਰੂ ਪਾਤਸ਼ਾਹ ਤਿੰਨਾਂ ਲੋਕਾਂ 'ਚ ਉਹਦੀ ਜੈ ਜੈਕਾਰ ਕਰਵਾ ਦਿੰਦੇ ਨੇ। ਐਸੀ ਮਹਾਰਾਜ ਦੀ ਖੇਡ ਵਰਤਦੀ ਹੈ। ਹੁਣ ਬਾਕੀ ਵਿਚਾਰ ਕੱਲ ਆਪ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪਿਆਰ ਨਾਲ ਆਪ ਨੇ ਸਰਵਣ ਕੀਤਾ। ਕੱਲ ਸੰਗਤ ਨੂੰ ਬੇਨਤੀ ਕੀਤੀ ਸੀ ਮਾਤਾ ਨਾਨਕੀ ਜੀ ਲੰਗਰ ਦਾ ਲੈਂਟਰ ਪਾਉਣ ਵਾਸਤੇ, ਤੇ ਮੈਂ ਸੋਚ ਰਿਹਾ ਸੀ ਵੀ ਸ਼ਾਮੀ 8 ਵਜੇ ਤੱਕ ਇਹ ਲੈਂਟਰ ਪੈ ਜਾਏਗਾ। ਕੋਈ 6000 ਸਕੁਅਰ ਫੁੱਟ ਲੈਂਟਰ ਪਿਆ ਹੈ, ਬਈ ਇਹ ਸ਼ਾਮਾਂ ਤੱਕ ਪੈ ਜਾਏਗਾ 8-9 ਵਜੇ ਤੱਕ। ਤੇ ਜਦ ਮੈਂ ਬਾਬਾ ਗੁਰਨਾਮ ਸਿੰਘ ਉਹਨਾਂ ਨੂੰ ਪੁੱਛਿਆ, ਜੋ ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਮੈਂ ਕਿਹਾ ਕਿੰਨੇ ਟਾਈਮ 'ਚ ਲੈਂਟਰ ਪੈ ਗਿਆ ਸੀ? ਤੇ ਮੈਨੂੰ ਕਹਿਣ ਲੱਗੇ, ਸਿੰਘ ਸਾਹਿਬ ਜੀ ਲੈਂਟਰ ਦੁਪਹਿਰੇ 2 ਵਜੇ ਹੀ ਸਮਾਪਤ ਹੋ ਗਿਆ ਸੀ। ਇਹ ਗੁਰੂ ਸੰਗਤ ਦੀ ਸੇਵਾ ਦੀ ਬਰਕਤ ਹੈ, ਤੇ ਗੁਰੂ ਆਪ ਭੇਜ ਦਿੰਦਾ ਹੈ। ਬਸ ਗੁਰੂ ਸਾਹਿਬ ਜੀ ਦਾ ਨਾਮ ਲੈ ਕੇ ਕੋਈ ਕੰਮ ਆਰੰਭ ਕਰ ਲਵੋ, ਜਿੰਨੇ 'ਚ ਅਸੀਂ ਸੋਚਦੇ ਹਾਂ ਉਦੋਂ ਅੱਧੇ 'ਚ ਹੀ ਹੋ ਜਾਂਦਾ। ਤੇ ਕਰਨ ਵਾਲਾ ਗੁਰੂ ਹੈ। ਬਹੁਤ ਵਧਾਈ ਹੈ, ਪਹਿਲਾ ਲੈਂਟਰ ਮਾਤਾ ਨਾਨਕੀ ਜੀ ਦੇ ਲੰਗਰਾਂ ਦਾ ਪੈ ਗਿਆ ਹੈ। ਤੇ ਗੁਰਪੁਰਬ ਤੱਕ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਜੋ ਆ ਰਿਹਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਮਹਾਨ ਪਰਵ ਪ੍ਰਕਾਸ਼ ਪੁਰਬ ਆ ਰਿਹਾ। ਇਸ ਤੋਂ ਪਹਿਲਾਂ ਇਹ ਲੰਗਰ ਵੀ, ਦੀਵਾਨ ਹਾਲ ਵੀ, ਜੋ ਮਹਾਨ ਪਵਿੱਤਰ ਆਤਮਾ ਸੰਤ ਬਾਬਾ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਅਤੇ ਉਹਨਾਂ ਦੇ ਸਹਿਯੋਗੀ ਬਾਬਾ ਇੰਦਰਜੀਤ ਸਿੰਘ ਜੀ ਤਿਆਰ ਕਰ ਰਹੇ ਨੇ, ਉਹ ਸਾਰਾ ਵੀ ਆਲਮੋਸਟ ਕੰਪਲੀਸ਼ਨ 'ਤੇ ਹੈ ਤੇ ਤਿਆਰ ਹੋ ਜਾਣਾ ਹੈ। ਹੁਣ ਜਦ ਜਿਹੜੀਆਂ ਸੰਗਤਾਂ ਗੁਰਪੁਰਬ 'ਤੇ ਆਉਣਗੀਆਂ, ਉਹ ਦੇਖਣਗੀਆਂ ਵੀ ਤਖਤ ਸਾਹਿਬ ਵਿਖੇ ਕਿਵੇਂ ਸਾਡੇ ਸਤਿਕਾਰਯੋਗ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ ਜੀ ਹਿੱਤ ਔਰ ਜਨਰਲ ਸਕੱਤਰ ਭਾਈ ਇੰਦਰਜੀਤ ਸਿੰਘ ਜੀ, ਸੋਹਲ ਟਾਟਾ ਨਗਰ ਵਾਲੇ ਔਰ ਸਾਰੀ ਪ੍ਰਬੰਧਕ ਕਮੇਟੀ ਜੋ ਤੁਸੀਂ ਚੁਣੀ ਹੈ, ਉਹ ਕਿਵੇਂ ਉਤਸ਼ਾਹ ਨਾਲ ਸੇਵਾ ਕਰਦੇ ਪਏ ਨੇ। ਤਾਂ ਹੀ ਮਾਣ ਹੈ ਜੇ ਗੁਰੂ ਸਾਹਿਬ ਦੀ ਸੇਵਾ ਹੋ ਸਕੇ। ਸੇਵਾ ਦੀ ਬਰਕਤ ਝੋਲੀ 'ਚ ਪੈ ਜਾਂਦੀ ਹੈ। ਆਪ ਦੇਖ ਕੇ ਪ੍ਰਸੰਨ ਹੋ ਗਏ। ਮਹਾਰਾਜ ਉਹ ਸਮਾਂ ਲਿਆਵਣ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ 2 ਮਿੰਟ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਸਾਰੇ ਬੋਲੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।